ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਿਵਾਹੇ ਸਾਲੀ। ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਨ ਕੀਤੀ ਸੋ ਮੰਨਣਾ। ਸੱਤੇ ਬਲਵੰਡੇ ਦੀ ਰਾਮਕਲੀ ਰਾਗ ਵਿੱਚ ਉਚਾਰੀ ਹੋਈ ਤੀਸਰੀ ਵਾਰ ਦੀ ਕਥਾ ਪਿੱਛੇ 2 ਪੌੜੀਆਂ ਆਪ ਸਰਵਣ ਕਰ ਚੁੱਕੇ ਹੋ। ਆ ਹੁਣ ਤੀਸਰੀ ਪੌੜੀ ਪ੍ਰਾਰੰਭ ਹੋ ਰਹੀ ਹੈ। ਜਿਨ ਕੀਤੀ ਸੋ ਮੰਨਣਾ। ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਰੂਪ ਹੋ ਕੇ ਗੁਰਿਆਈ ਕੀਤੀ ਹੈ, ਸਾਨੂੰ ਤਾਂ ਉਹੀ ਸਰੂਪ ਸ੍ਰੀ ਗੁਰੂ ਅੰਗਦ ਦੇਵ ਰੂਪ ਮੰਨਣਾ ਚਾਹੀਦਾ ਹੈ। ਇਸੇ ਪ੍ਰਕਾਰ ਜਿਨ ਕੀਤੀ ਸੋ ਮੰਨਣਾ। ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਗੁਰੂ ਨੂੰ ਉਹੀ ਰੂਪ ਭਾਵ ਗੁਰੂ ਅਤੇ ਪਰਮੇਸ਼ਰ ਨੂੰ ਇੱਕ ਰੂਪ ਜਾਣ ਕੇ ਮੰਨਣਾ ਚਾਹੀਦਾ ਹੈ। ਕੋ ਸਾਲ ਜਿਵਾਹੇ ਸਾਲੀ। ਜਿਹੜੇ ਗੁਰਾਂ ਦੇ ਸਾਲੀ ਅਨੁਸਾਰੀ ਹਨ, ਭਾਵ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹਨ। ਅਤੇ ਕੋ ਸਾਲ ਜਿਹੜੇ ਬੇਅਨੁਸਾਰੀ ਨੇ, ਭਾਵ ਆਗਿਆ ਨਾ ਮੰਨਣ ਵਾਲੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਹਨ। ਸਾਧ ਸੰਗਤ ਜੀਓ, ਕੱਲ ਵੀ ਮੈਂ ਬੇਨਤੀ ਕਰ ਚੁੱਕਾ ਕਿ ਪਿਓ ਪੁੱਤਰ ਦਾ ਮਾਮਲਾ ਹੈ। ਪਿਤਾ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਸਾਹਿਬਜ਼ਾਦੇ ਨੇ ਬਾਬਾ ਸ੍ਰੀ ਚੰਦ ਜੀ ਮਹਾਰਾਜ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੁਕਮ ਕੀਤੇ। ਉਹ ਹੁਕਮ ਆਮ ਹੁਕਮ ਨਹੀਂ ਸਨ, ਗੁਰਤਾ ਗੱਦੀ ਦੀ ਪ੍ਰੀਖਿਆ ਵਾਲੇ ਹੁਕਮ ਸਨ। ਬਾਣੀ ਵਿੱਚ ਲਿਖਿਆ ਹੈ, ਤਖਤ ਰਾਜਾ ਸੋ ਬਹਿ, ਜੇ ਤਖਤ ਲਾਇਕ ਹੋਈ। ਇਸ ਗੁਰਤਾ ਗੱਦੀ ਦੇ ਤਖਤ ਉੱਪਰ ਉਹੀ ਰਾਜਾ ਗੁਰੂ ਮਹਾਰਾਜ ਬੈਠਦੇ ਨੇ, ਜਿਹੜੇ ਇਸ ਗੁਰਤਾ ਗੱਦੀ ਦੇ ਤਖਤ ਦੇ ਲਾਇਕ ਹੁੰਦੇ ਨੇ। ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਵਾਹਿਗੁਰੂ ਜੀ ਨੇ ਗੁਰਤਾ ਗੱਦੀ ਲਿਖ ਕੇ ਭੇਜੀ ਹੈ, ਬਿਰਾਜਮਾਨ ਤਾਂ ਉਹਨਾਂ ਨੇ ਹੀ ਹੋਣਾ ਹੈ। ਜੇ ਸਾਹਿਬਜ਼ਾਦਿਆਂ ਹੁਕਮ ਨਹੀਂ ਮੰਨਿਆ
ਤੇ ਵਾਹਿਗੁਰੂ ਅਕਾਲ ਪੁਰਖ ਦਾ ਭਾਣਾ ਸੀਗਾ। ਪਿਓ ਪੁੱਤਰ ਦਾ ਮਾਮਲਾ ਹੈ, ਇਸ ਵਿੱਚ ਸਾਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ। ਇੱਕ ਗੱਲ ਨੂੰ ਲੈ ਕੇ ਬਾਬਾ ਸ੍ਰੀ ਚੰਦ ਜੀ ਦੀ ਨਿੰਦਿਆ ਕਰਨੀ ਸਾਧ ਸੰਗਤ ਜੀ ਉਹ ਮੁਨਾਸਬ ਨਹੀਂ ਹੈ, ਕਿਉਂਕਿ ਬਾਬਾ ਜੀ ਦਾ ਸਤਿਕਾਰ ਗੁਰੂ ਸਾਹਿਬ ਖੁਦ ਆਪ ਕਰਦੇ ਰਹੇ ਨੇ। ਇਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਿਤਾ ਸਨ ਤੇ ਉਹਨਾਂ ਦੀ ਗੱਲ ਵੱਖਰੀ ਹੈ। ਬਾਕੀ ਗੁਰੂ ਸਾਹਿਬਾਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਾਬਤ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਬਾਬਾ ਜੀ ਗੁਰੂ ਰਾਮਦਾਸ ਜੀ ਦੀ ਪਰਖ ਕਰਨ ਵਾਸਤੇ ਚਲੇ ਗਏ। ਗੁਰੂ ਸਾਹਿਬ ਨੂੰ ਨਮਸਕਾਰ ਕਰਨੀ ਚਾਹੀਦੀ ਸੀ, ਬਾਬੇ ਸ੍ਰੀ ਚੰਦ ਨੇ ਮੱਥਾ ਨਹੀਂ ਟੇਕਿਆ। ਗੁਰਤਾ ਗੱਦੀ ਸੀਗੀ, ਸੋਚਿਆ ਵੇਖਦੇ ਹਾਂ ਭਲਾ ਗੁੱਸੇ ਹੁੰਦੇ ਨੇ ਕਿ ਨਹੀਂ, ਤੇ ਉਲਟਾ ਖੜੇ ਹੋ ਕੇ ਜਾ ਕੇ ਸਵਾਲ ਕੱਢ ਮਾਰਿਆ ਕਿ ਹੇ ਪੁਰਖਾ, ਤੂੰ ਇੰਨਾ ਲੰਬਾ ਦਾੜਾ ਕਿਉਂ ਵਧਾਇਆ ਹੋਇਆ ਹੈ? ਬਲਕਿ ਸਵਾਲ ਸਹੀ ਨਹੀਂ ਸੀਗਾ। ਵਧਾਈ ਦੀ ਚੀਜ਼ ਉਹ ਹੁੰਦੀ ਹੈ ਜਿਹੜੀ ਆਪਣੇ ਕੋਲੋਂ ਹੋਵੇ। ਇਹ ਤਾਂ ਪ੍ਰਮਾਤਮਾ ਦੀ ਦਾਤ ਸੀਗੀ, ਉਹਨੂੰ ਤਾਂ ਸੰਭਾਲ ਕੇ ਰੱਖਣਾ ਹਰੇਕ ਮਾਈ ਭਾਈ ਦਾ ਫਰਜ਼ ਬਣਦਾ। ਸਾਰੇ ਸਰੂਪਾਂ ਦੇ ਵਿੱਚੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਦਾੜਾ ਲੰਬੇਰਾ ਸੀਗਾ। ਸ੍ਰੀ ਗੁਰੂ ਰਾਮਦਾਸ ਜੀ ਨੇ ਗੁੱਸਾ ਨਹੀਂ ਕੀਤਾ, ਉੱਠ ਕੇ ਖਲੋ ਗਏ। ਬਾਬਾ ਜੀ ਨੂੰ ਉੱਚੀ ਜਗ੍ਹਾ ਤੇ ਬਿਠਾ ਲਿਆ, ਆਖਿਆ ਬੈਠੋ ਬਾਬਾ ਜੀ, ਸਾਥੋਂ ਗਲਤੀ ਹੋ ਗਈ। ਤੁਸੀਂ ਆਏ, ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਹੋ, ਸਾਨੂੰ ਉੱਠ ਕੇ ਤੁਹਾਡਾ ਸਤਿਕਾਰ ਕਰਨਾ ਚਾਹੀਦਾ ਸੀ, ਸਾਨੂੰ ਖਿਆਲ ਨਹੀਂ ਰਿਹਾ। ਤੇ ਬਾਬਾ ਜੀ ਦੇ ਚਰਨ ਫੜ ਲਏ, ਖੱਬੇ ਹੱਥ ਨਾਲ ਚਰਨ ਫੜੇ, ਸੱਜੇ ਹੱਥ ਨਾਲ ਦਾੜਾ ਫੜ ਕੇ ਚਰਨਾਂ ਨੂੰ ਲਾ ਕੇ ਕਹਿਣ ਲੱਗੇ, ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ ਤਾਂ ਇਹਨੂੰ ਵਧਾਇਆ। ਕੇਸਾਂ ਕਾ ਕਰ ਚਵਨ ਧੋੜਾ ਭੁਲਾਵਾ, ਚਰਨ ਧੂੜ ਮੁਖ ਲਾਈ। ਗੁਰ ਸਿੱਖਾਂ ਕੀ ਹਮ ਧੂੜ ਦੇ, ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀਗਤ ਪਾਹੇ। ਜੇ ਗੁਰੂ ਰਾਮਦਾਸ ਜੀ ਇੰਨੀ ਨਿਮਰਤਾ ਜਨਾ ਰਹੇ ਨੇ, ਫਿਰ ਅਸੀਂ ਕਿਉਂ ਭਾਈ ਸ੍ਰੀ ਬਾਬਾ ਸ੍ਰੀ ਚੰਦ ਜੀ ਦੇ ਵਿਰੁੱਧ ਬੋਲਦੇ ਹਾਂ? ਸਾਨੂੰ ਕੀ ਅਧਿਕਾਰ ਹੈ? ਕਿਹਨੇ ਸਾਨੂੰ ਅਥਾਰਟੀ ਦਿੱਤੀ ਹੈ ਕਿ ਆਪਾਂ ਬਾਬਾ ਜੀ ਦੀ ਨਿੰਦਿਆ ਕਰੀਏ? ਫਿਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਤ ਮੈਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਗੁਰੂ ਸਾਹਿਬ ਨੰਗੇ ਪੈਰੀਂ ਬਾਬਾ ਜੀ ਦੇ ਅਸਥਾਨ ਬਾਠ ਪਹੁੰਚੇ। ਸ਼ਿਕਾਰ ਖੇਡਦਿਆਂ ਪਤਾ ਚੱਲਿਆ ਕਿ ਬਾਬਾ ਜੀ ਤੇ ਬਾਠ ਪਿੰਡ ਭਜਨ ਬੰਦਗੀ ਕਰ ਰਹੇ ਨੇ, ਤਾਂ ਗੁਰੂ ਸਾਹਿਬ ਘੋੜੇ ਤੋਂ ਉਤਰ ਕੇ ਬਾਬਾ ਜੀ ਨੂੰ ਮੱਥਾ ਟੇਕਣ ਗਏ। ਜਾ ਕੇ ਮੱਥਾ ਟੇਕਿਆ, ਸਾਹਿਬਜ਼ਾਦਾ ਵੀ ਨਾਲ ਹੀ ਸੀ, ਬਾਬਾ ਗੁਰਦਿੱਤਾ ਜੀ, ਉਹ ਵੀ ਘੋੜੇ ਚੜੇ ਸਨ। ਸ਼ਿਕਾਰ ਖੇਡਦੇ ਖੇਡਦੇ ਉੱਥੇ ਧਾਰੀਵਾਲ ਦੀਆਂ ਨਹਿਰਾਂ ਦੇ ਕੋਲ ਸਥਾਨ ਹੈ। ਬਾਬਾ ਜੀ ਨੇ ਆਖਿਆ, ਪੁਰਖਾ ਤੇਰੇ ਕਿੰਨੇ ਬੱਚੇ ਨੇ, ਕਿੰਨੇ ਤੇਰੇ ਭੁਜੰਗੀ ਨੇ, ਕਿੰਨੇ ਤੇਰੇ ਸਾਹਿਬਜ਼ਾਦੇ ਨੇ? ਕਹਿੰਦੇ ਜੀ ਆਪ ਦੀ ਕਿਰਪਾ ਨਾਲ ਸੁੱਖ ਨਾਲ 5 ਨੇ, 5। ਇੱਕ ਧੀ ਰਾਣੀ ਹੈ। ਕਹਿੰਦੇ ਇੱਕ ਸਾਨੂੰ ਵੀ ਦੇ। ਕਹਿੰਦੇ ਮਹਾਰਾਜ ਸਾਰੇ ਲੈ ਲਓ, ਸਾਰੇ ਤੁਹਾਡੇ ਹੀ ਨੇ। ਕਹਿੰਦੇ ਨਹੀਂ, ਇੱਕ ਦੇ ਆਪ ਦੀ ਖੁਸ਼ੀ ਦੇ ਨਾਲ। ਕਹਿੰਦੇ ਜੀ ਜਿਹਦੇ ਤੇ ਮਰਜ਼ੀ ਹੱਥ ਰੱਖ ਦਿਓ। ਕਹਿੰਦੇ ਆ ਵੱਡਾ ਹੈ? ਕਹਿੰਦੇ ਜੀ ਹਾਂ, ਆ ਸਾਨੂੰ ਦੇ ਦੇ। ਹੇ ਪੁਰਖਾ, ਤੁਸੀਂ ਲੋਕ ਸਾਡੇ ਪਿਤਾ ਸਤਿਗੁਰੂ ਜੀ ਤੋਂ ਪ੍ਰਸੰਨਤਾ ਲੈ ਕੇ ਗੁਰਤਾ ਗੱਦੀ ਦੀ ਬਖਸ਼ਿਸ਼ ਲੈ ਗਏ, ਬਾਕੀ ਦਾ ਸਾਰਾ ਕੁਝ ਹੀ ਤੁਹਾਡੇ ਘਰ ਚਲਾ ਗਿਆ। ਸ੍ਰੀ ਗੁਰੂ ਰਾਮਦਾਸ ਜੀ ਨੂੰ ਵੀ ਇਹੀ ਬਚਨ ਕੀਤਾ ਬਾਬਾ ਸ੍ਰੀ ਚੰਦ ਨੇ। ਕਹਿੰਦੇ ਵਾਹ ਪੁਰਖਾ ਵਾਹ। ਜਦੋਂ ਦਾੜਾ ਹੱਥ 'ਚ ਫੜ ਕੇ ਚਰਨਾਂ ਨੂੰ ਲਾਇਆ, ਕਹਿੰਦੇ ਤੁਹਾਡੇ 'ਚ ਇਹੀ ਗੁਣ ਸੀਗਾ, ਤਾਈਓ ਤੁਸੀਂ ਗੁਰਤਾ ਗੱਦੀ ਦੀ ਬਖਸ਼ਿਸ਼ ਲਈ। ਸਾਡੇ 'ਚ ਆਹ ਗੁਣ ਨਹੀਂ ਸੀ, ਬਸ ਇੱਕ ਘਾਟ ਸੀਗੀ, ਸਾਡੇ ਮਨ ਵਿੱਚ ਮਾਣ ਸੀਗਾ ਤੇ ਅਸੀਂ ਇਹ ਬਖਸ਼ਿਸ਼ ਤੋਂ ਵਾਂਝੇ ਰਹਿ ਗਏ।
ਤਾਈਓ ਨਾ ਤੁਸੀਂ ਸਾਡੇ ਘਰੋਂ ਸਭ ਕੁਝ ਲੈ ਆਏ ਹੋ। ਗੁਰੂ ਹਰਗੋਬਿੰਦ ਸਾਹਿਬ ਨੂੰ ਆਖਿਆ, ਕਹਿੰਦੇ ਪੁਰਖਾ ਤੁਹਾਡੀ ਇਹੀ ਨਿਮਰਤਾ ਹੈ ਕਿ ਤੁਸੀਂ ਬੜੇ ਪਿਆਰ ਤੇ ਮਿਠਾਸ ਨਾਲ ਬੋਲਦੇ ਹੋ, ਨਿਮਰਤਾ ਜਣਾਉਂਦੇ ਹੋ, ਤਾਈਓ ਸਾਡੇ ਘਰੋਂ ਸਭ ਕੁਝ ਤੁਸੀਂ ਲੈ ਆਏ। ਇੱਕ ਮੇਰੇ ਕੋਲ ਸੇਲੀ ਟੋਪੀ ਬਚੀ, ਉਦਾਸੀ ਸੰਪਰਦਾ ਦੀ ਗੱਦੀ ਸੀਗੀ, ਤੇ ਲਿਆ ਆਪਦਾ ਪਚੰਗੀ ਤੇ ਸਾਹਿਬਜ਼ਾਦਾ ਜੋ ਮੇਰੇ ਕੋਲ ਹੈ ਮੈਂ ਉਹ ਵੀ ਤੁਹਾਡੇ ਕਰ ਦੇ ਦਿੰਦਾ। ਉਹ ਬਾਬਾ ਗੁਰਦਿੱਤਾ ਜੀ ਨੂੰ ਧੰਨ ਬਾਬਾ ਸ੍ਰੀ ਚੰਦ ਜੀ ਨੇ ਸੇਲੀ ਟੋਪੀ ਦੇ ਕੇ ਉਦਾਸੀ ਸੰਪਰਦਾ ਦੀ ਗੱਦੀ ਦੇ ਕੇ ਗੱਦੀ ਨਸ਼ੀਨ ਬਣਾਇਆ। ਉਦਾਸੀ ਸੰਪਰਦਾ ਦੇ ਬਾਨੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਸਾਹਿਬਜ਼ਾਦਾ ਬਾਬਾ ਸ੍ਰੀ ਚੰਦ ਜੀ ਹਨ। ਉਸ ਤੋਂ ਬਾਅਦ ਗੱਦੀ ਨਸ਼ੀਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਾ ਸ਼੍ਰੀ ਬਾਬਾ ਗੁਰਦਿੱਤਾ ਜੀ ਹੋਏ ਨੇ। ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋਈ ਦਿੱਤਾ। ਅੱਜ ਵੀ ਲੋਕ ਕੀਰਤਪੁਰ ਸਾਹਿਬ ਉਹਨਾਂ ਦੀ ਸਮਾਧ ਤੇ ਜਾ ਕੇ ਵਰ ਲੈਂਦੇ ਨੇ। ਫਿਰ ਇਹਨਾਂ ਦੇ ਗਾਂ 4 ਧੂਏ ਹੋਏ ਨੇ, ਇੱਕ ਅਲਮਸਤ ਦਾ ਧੂਆਂ, ਇੱਕ ਹਸਨ ਖਾਨ ਦਾ, ਉਹ ਸਾਰੇ ਨਾਮ ਆਉਂਦੇ ਨੇ। ਕੀਰਤਪੁਰ ਸਾਹਿਬ ਦੇ ਉੱਪਰ ਟੀਸੀ ਦੀ ਤਾਂ ਬਾਬਾ ਗੁਰਦਿੱਤਾ ਜੀ ਦੀ ਸਮਾਧੀ ਹੈ। ਜਦ ਮਰੀ ਗਾਂ ਜਿਉਂਦੀ ਕਰਨ ਖਾਤਰ ਗੁਰੂ ਸਾਹਿਬ ਦੀ ਨਾਰਾਜ਼ਗੀ ਝੱਲਣੀ ਪਈ ਤੇ ਆਪ ਦਾ ਸਰੀਰ ਤਿਆਗ ਕੇ ਚਲੇ ਗਏ। ਮਹਾਰਾਜ ਨੇ ਬੜੇ ਵਰ ਦਿੱਤੇ ਸਨ। ਹੇਠਾਂ ਉਦਾਸੀ ਸੰਪਰਦਾ ਮਹਾਤਮਾ ਦੇ ਜਿਹੜੇ 4 ਧੂਏ ਹੋਏ ਨੇ ਬਾਬੇ ਗੁਰਦਿੱਤੇ ਤੋਂ ਬਾਅਦ ਉਹਨਾਂ ਦੇ ਥੱਲੇ ਅਸਥਾਨ ਹੈ। ਹੇਠਾਂ ਜ਼ਮੀਨ ਦੇ ਉੱਪਰ ਗਰਾਊਂਡ ਦੇ ਉਦਾਸੀ ਸੰਪਰਦਾ ਦਾ ਪਵਿੱਤਰ ਅਸਥਾਨ ਨਾਲੇ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਇਸ ਲਈ ਸ੍ਰੀ ਗੁਰੂ ਰਾਮਦਾਸ ਜੀ ਤਾਂ ਬਾਬੇ ਸ੍ਰੀ ਚੰਦ ਦੇ ਪੈਰ ਫੜ ਰਹੇ ਨੇ, ਚਰਨ ਝਾੜ ਰਹੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਦਾ ਸਾਹਿਬਜ਼ਾਦਾ ਬਾਬਾ ਸ੍ਰੀ ਚੰਦ ਨੂੰ ਭੇਟਾ ਕਰਕੇ ਉਹਨਾਂ ਤੋਂ ਖੁਸ਼ੀਆਂ ਲੈ ਰਹੇ ਨੇ, ਬਖਸ਼ਿਸ਼ਾਂ ਲੈ ਰਹੇ ਨੇ। ਤੇ ਬਾਬਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਨੂੰ ਉਦਾਸੀ ਸੰਪਰਦਾ ਦੀ ਨਿਸ਼ਾਨੀ ਸੇਲੀ ਟੋਪੀ ਬਖਸ਼ਿਸ਼ ਕੀਤੀ। ਤੇ ਅਸੀਂ ਕੌਣ ਹੁੰਦੇ ਹਾਂ ਬਾਈ ਨਿੰਦਿਆ ਕਰਨ ਵਾਲੇ? ਤੁਸੀਂ ਦੱਸੋ ਕਿ ਆਪਾਂ ਬਾਬਾ ਸ੍ਰੀ ਚੰਦ ਜੀ ਦੀ ਇਸ ਗੱਲ ਤੋਂ ਨਿੰਦਿਆ ਕਰੀਏ ਕਿ ਵੇਖੋ ਜੀ ਬਾਣੀ ਵਿੱਚ ਲਿਖਿਆ ਹੋਇਆ, ਦਿਲ ਖੋਟਿਆ ਕੀ ਫਿਰਨ ਬਨ ਭਾਰੋ ਸ਼ਾਇਨ ਛਟੀ ਹੈ, ਪੁੱਤਰੀ ਕੌਲ ਨਾ ਬਾਲਿਓ ਕਰ ਪੀਰੋਂ ਕੰਨ ਮਰਟੀ ਹੈ। ਬਚਨ ਨਹੀਂ ਬਾਲਿਆ, ਇਹ ਗੱਲ ਸਹੀ ਹੈ, ਪਰ ਉਹ ਬਚਨ ਸਖਤ ਸੀਗੇ। ਜੇ ਸਾਡੇ ਵਰਗੇ ਹੁੰਦੇ ਤਾਂ ਸਾਥੋਂ ਵੀ ਨਹੀਂ ਸੀ ਮੰਨਿਆ ਜਾਣਾ। ਬਾਬੇ ਬੁੱਢੇ ਨੇ ਨਹੀਂ ਮੰਨਿਆ, ਦੱਸੋ ਫਿਰ ਬਾਬਾ ਬੁੱਢਾ ਐਵੇਂ ਥੋੜ੍ਹਾ, ਕਿੰਨੀ ਉਹਦੀ ਮਹਾਨ ਸੇਵਾ ਹੈ। ਭਾਈ ਭਗੀਰਥ ਕੋਲੋਂ ਨਹੀਂ ਮੰਨਿਆ ਗਿਆ, ਉਹ ਤਾਂ ਇੱਕ ਕੌਤਕ ਸੀਗਾ ਮਹਾਰਾਜ ਦਾ। ਬਚਨ ਮੰਨਣਾ ਹੀ ਬਾਬਾ ਲਹਿਣਾ ਜੀ ਨੇ ਸੀ। ਉਹ ਬਚਨ ਜਿਹੜੇ ਗੁਰਤਾ ਗੱਦੀ ਦੀ ਪਰਖ ਵਾਲੇ ਬੜੇ ਸਖਤ ਕਰੜੇ ਸਨ। ਮੁਰਦਾ ਕੌਣ ਖਾਊਗਾ? ਤੁਸੀਂ ਦੱਸੋ। ਜੇ ਕੋਈ ਤੁਹਾਨੂੰ ਕਹੇ ਵੀ ਮੁਰਦਾ ਖਾ ਲਓ, ਸਾਡੇ ਵਰਗੇ ਤਾਂ ਬਾਣੀ ਨੂੰ ਨਹੀਂ ਛੱਡਦੇ, ਨਿੱਕੀ ਨਿੱਕੀ ਗੱਲ ਤੇ ਤਰਕ ਕਰਦੇ ਨੇ, ਗੁਰੂ ਦੇ ਇਤਿਹਾਸ ਨੂੰ ਨਹੀਂ ਛੱਡਦੇ। ਮੁਰਦਾ ਕੌਣ ਖਾਏਗਾ? ਉੱਥੇ ਤਾਂ ਸਾਰੇ ਭੱਜਣਗੇ ਹੀ, ਤਰਕ ਕਰਨਗੇ। ਸੋ ਇਹ ਗੱਦੀ ਦੀ ਜੋ ਵੀ ਬਖਸ਼ਿਸ਼ ਸੀਗੀ ਪਾਵਨ ਸ੍ਰੀ ਲਹਿਣਾ ਜੀ ਦੇ ਭਾਗਾਂ ਵਿੱਚ ਸੀ। ਉਹਨਾਂ ਬਚਨ ਮੰਨਣਾ ਉਹਨਾਂ ਹੀ ਸੀਗਾ। ਮੁਰਦਾ ਖਾਣ ਵਾਲਾ ਬਚਨ ਵੀ ਮੰਨਿਆ ਤੇ ਜਦ ਬਸਤਰ ਲਾਇਆ ਤਾਂ ਕੜਾ ਪ੍ਰਸ਼ਾਦ ਦੀ ਦੇਗ ਵੇਖੀ। ਤੋ ਇਸ ਲਈ ਗੁਰੂ ਘਰ ਦੇ ਵਿੱਚ ਬਾਬੇ ਸ੍ਰੀ ਚੰਦ ਦੀ ਸੀਟ ਬੁੱਕ ਹੈ। ਜੇ ਦਰਬਾਰ ਗੁਰੂ ਨਾਨਕ ਸਾਹਿਬ ਦਾ ਹੈ ਤੇ ਸੰਗਤ ਦੇ ਵਿੱਚ ਬਾਬੇ ਸ੍ਰੀ ਚੰਦ ਦੀ ਸੀਟ ਵੀ ਹੈ। ਇੱਥੇ ਰਿਜ਼ਰਵ ਹੈ ਉਦਾਸੀ ਸੰਪਰਦਾ ਮਹਾਤਮਾ ਦੀ ਸੀਟ, ਉਹਨਾਂ ਦਾ ਆਸਣ ਵੀ ਹੈ। ਕਾਰਨ ਕੀ ਹੈ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਉਦਾਸੀ ਸੰਪਰਦਾ ਦੇ ਮਹਾਤਮਾ ਨੇ ਕੀਤੀ ਹੈ। ਅਲਮਸਤ ਫਕੀਰ ਸ੍ਰੀ ਨਾਨਕ ਮੱਤੇ ਯੂਪੀ ਦੇ ਵਿੱਚ ਵੇਖੋ ਕਿੰਨੀ ਦੂਰ, ਉੱਥੇ ਸਿੱਧਾ ਨੇ ਤੇ ਕਬਜ਼ਾ ਕਰ ਲਿਆ ਤੇ ਅਲਮਸਤ ਨੇ ਉਹਦੀ ਵਿਰੋਧਤਾ ਕੀਤੀ ਸੀਗੀ। ਕਹਿਣ ਲੱਗਾ ਵੀ ਜਿੰਨਾ ਚਿਰ ਮੈਂ ਜਿਉਂਦਾ ਉਹਨਾਂ ਚਿਰ ਮੈਂ ਤੁਹਾਨੂੰ ਇੱਥੇ ਰਹਿਣ ਨਹੀਂ ਦਿਆਂਗਾ। ਉਹ ਕਹਿੰਦੇ ਗੋਰਖ ਮੱਤਾ, ਤੇ ਉਹ ਮਹਾਂਪੁਰਖ ਕਹਿਣ ਲੱਗੇ ਇਹ ਸ਼੍ਰੀ ਨਾਨਕ ਮੱਤਾ ਹੈ। ਉਹਨਾਂ ਅੱਗ ਲਾ ਕੇ ਪਿੱਪਲ ਸਾੜ ਹੀ ਦਿੱਤਾ। ਕਹਿੰਦੇ ਲੈ ਲਾ ਨਾਨਕ ਮੱਤਾ, ਪਿੱਪਲ ਦੀ ਨਿਸ਼ਾਨੀ ਸੀ ਨਾ, ਹੁਣ ਦੱਸ ਕਿਹੜੀ ਨਿਸ਼ਾਨੀ ਹੈ? ਫਿਰ ਉਸ ਅਲਮਸਤ ਫਕੀਰ ਸਾਧ ਨੇ ਜੋ ਉਦਾਸੀ ਸੰਪਰਦਾ ਦਾ ਮਹਾਤਮਾ ਬਾਬੇ ਗੁਰਦਿੱਤੇ ਤੋਂ ਇੱਕ ਧੂਆਂ ਜਿਹਦੇ ਕੋਲ ਸੀਗਾ, ਸਾਧ ਸੰਗਤ ਜੀਓ, ਉਹਨੇ ਸਮਾਧੀ ਲਾ ਲਈ।
अरदासा कर दिता भी महाराज मैं मरनी मर जाऊँ पर पानी नहीं मूँह च पाऊँगा, एक भी घुट पानी का नहीं पीऊँगा, ना रोटी की बुरकी पाऊँगा। जे तू आएगा गुरुद्वारा साहब की मर्यादा इन्ना भंग की है, मेरे च ताकत नहीं है कि मैं इन्हों का मुकाबला कर सका, पर मैं अरदास जरूर कर सकदा। मैं तेरे चरणों च अरदास करदा कि गुरुद्वारे की मर्यादा नूं कायम कर, किरपा कर। तो उन्ना चिर मैं मरण वरतते हाँ, उन्ना चिर खावा पीवांगा नहीं, जे नहीं आएगा तो आपका शरीर मैं त्याग देंगा। सतगुरु महाराज छेवें पातशाह उधर भाई की डोली साई दास ते उन्हां दी साली वड्डी बीबी रामो जी याद कर रहे सी। माता गंगा जी नूं आखन लगे कि माता जी तुसी साई दास दे घर जाओ, उन्होंने हौसला दिओ, तो असी कोई महापुरख सानू याद कर रही है। श्री नानक मत्ता साहब सिद्धा ने गुरुद्वारा साहब की भेद भी की है, उतों की मर्यादा बहाल करके जल्दी आवांगे। ਸਿੰਘਾਂ ਨੂੰ आख्या भाई तुसीं साडे मगर मगर आयो, असीं छेती जाना। मिनटा सकेंडा जी अमृतसर साहब तो छपनी हो गए, ਸਿੰਘਾਂ ਨੂੰ नाल नहीं लिया। ਸਿੰਘਾਂ ਨੂੰ आख्या भी मगरे मगर तुरे आओ, झटपट उत्थे जाके प्रगट हो गए। तो सिंह बड़े चिर बाद विच पहुंचे, जदों उन्होंने पता लगा कि छेवें पातशाह आए ने, सिद्धा ने सिर ते रखे पैर ते ज्यों नठे, मुड़ के पिछा भौं के नहीं देखिया। श्री गुरु हरगोबिंद साहब ने वाहिगुरू कह के पानी का छट्टा मारिया, वो पिपल जड़ा समेत जड़ा उड्डिया सीगा। गुरु नानक साहब ने हथ का इशारा करके आख्या भी ये पिपल असीं तेरे हेठां बैठे हैं ते तू किधर नूं उड़ रहा। वो अद्धियां जड़ा उपर ही सन, उस तरह ही दीवार तो फिर गुरु हरगोबिंद साहब जी ने प्रगट कर दिता अलमस्त फकीर नूं। साध संगत जीओ बख्शिशां कीतियां, उहदे सिर ते हथ रखिया, आख्या धन है गुरमुखा जो तू गुरु घर दी सेवा सत्कार हित इतना वड्डा प्रण कर चुका सी, असीं किन्नी दूर जे ना आया जांदा। फिर कहंदे महाराज मर्यादा कौन बहाल करदा। पंज प्याले पंज पीर छठम पीर बैठा गुर भारी, अर्जन काया पलट के मूर्त हर गोबिंद सवारी, चली पीड़ी सोढ़ियां रूप दिखावन वारो वारी, दल भंजन गुर सूरमा, इसलिए गुरु सूरमा आखिया। सिद्ध किन्ने शक्तियां वाले सी, महाराज दा तेज प्रताप नहीं सहा सके, गुरु साहब के सामने नहीं आ सके। वेखो डरदे मारे दौड़ गए। गुरु साहब ने श्री नानक मत्ता साहब गुरुद्वारा की मर्यादा बहाल की। उत्थे आपां कई बार दर्शन गए करन गए हर मस्या से हरेक महीने अमृत संचार हुंदा, एक दो बार अमृत संचार भी किया है। बड़ा वड्डा सरोवर है, गुरु साहब की कृपा है। इलाका निवासी बड़ियां सिख संगतां तो लाभ प्राप्त करदियां ने। उतों के गुरमुख आसे पासे दे साडे कोल इत्थे पाठी सिंह की रोटी भी निभाउंदे ने। जद गुरुद्वारा रीठा साहब नूं जाइए तो हरिद्वार तो नानकपुरी टांडा, नानकपुरी टांडा तो अगे श्री नानक मत्ता, श्री नानक मत्ता तो अगे गुरुद्वारा बौली साहब, फिर उधरों ही गुरुद्वारा श्री रीठा साहब, तो रीठा साहब तो अगे जोशी मठ नूं रस्ता निकल जाता पहाड़ों के विच दी। फिर अगे श्री हेमकुंड साहब, एक तो सीधा ही हरिद्वार तो ऋषिकेश नूं जांदा, एक इधर यूपी थानी घूम के रीठा साहब थानी में आप एक बार गए सीगे। सो ऐसी गुरु महाराज सच्चे पातशाह जी की बख्शिश है। बाबा श्री चंद जी की गद्दी के वारस अलमस्त फकीर जी ने जो बाबे गुरदित्ते तो बाद होए, उन्होंने श्री नानक मत्ते साहब की मर्यादा नूं कायम रखिया। फिर जद गुरु गोबिंद सिंह साहब कलगीधर दशमेश पिता श्री आनंदपुर साहब का किला छड्डन लगे, साडे वर्गे कट्टड़ खालसा जिहड़े अजकल निंदिया करते नहीं थकते भी हमें तो सिंह साहब हाँ जी, असीं तो निहंगा अकाली हाँ जी, वो सारे भज गए सी गुरु गोबिंद सिंह नूं छड्ड के। आ ढाडी कवीशर सुनाते नहीं भी बदावा लिख दिता, मन कहते आपदे नाम लिखो, नाम लिख के सिग्नेचर करो, इत्थे कागज ते लिख के जाओ भी असीं भजन लगे हाँ। कल नूं पुत्त मैं तुहानूं पुछना भी औखी वेले तुसीं भज गए, कहंदे लिखा लो। महाराज ने बदावा लिखाया सीगा उन्हां कोलों, पर असीं ये गल मनदे हां कि सिंह भजे नहीं सन। हाँ गुरु जी नूं तंग कीता सी,
ਜ਼ਬਰਦਸਤੀ ਹੁਕਮ ਕਰਵਾਇਆ ਸੀ ਮਾਤਾ ਜੀ ਕੋਲੋਂ ਕਿ ਗੁਰੂ ਜੀ ਨੂੰ ਮਨਾਓ, ਕਿਲਾ ਛੱਡ ਦੇਣ। ਗੁਰੂ ਜੀ ਨੂੰ ਗਰਸ ਕੇ ਮਜਬੂਰ ਕਰਕੇ ਮਾਤਾ ਜੀ ਦੇ ਰਾਹੀਂ ਸਿੰਘਾਂ ਨੇ ਕਿਲਾ ਛਡਾਇਆ ਸੀਗਾ। 5 ਪੋਹ ਦੀ ਤੇ 6 ਪੋਹ ਦੀ ਦਰਮਿਆਨੀ ਰਾਤ 12 ਵਜੇ ਜਦ ਮਹਾਰਾਜ ਨੇ ਕਿਲਾ ਛੱਡਿਆ, ਗੁਰੂ ਜੀ ਦਾ ਦਿਲ ਰੋਇਆ। ਆਖਿਆ, ਸਿੰਘੋ ਮੇਰੇ ਪਿਆਰੇ ਸਿੰਘੋ, ਮੈਂ ਤੁਹਾਡੇ ਪੈਰ ਫੜਦਾ, ਤੁਹਾਡੇ ਅੱਗੇ ਹੱਥ ਜੋੜਦਾ। ਐ ਮਾਤਾ ਜੀ, ਮੇਰੇ ਸਤਿਕਾਰਯੋਗ ਮਾਤਾ ਜੀ। ਗੁਰੂ ਤੇਗ ਬਹਾਦਰ ਨੇ ਆਖਿਆ ਸੀ, ਗੁਜਰੀ ਜੀ ਇਹ ਅਕਾਲ ਪੁਰਖ ਨੇ, ਇਹਨਾਂ ਨੂੰ ਬੱਚੇ ਨਾ ਸਮਝਿਓ, ਇਹਨਾਂ ਦੇ ਭਾਣੇ 'ਚ ਦਖਲ ਨਾ ਦਿਓ। ਤੋ ਮਾਤਾ ਜੀ ਨੇ ਗੁਰੂ ਜੀ ਨੂੰ ਗਰਸਿਆ, ਮਜਬੂਰ ਕੀਤਾ। ਆਖਿਆ, ਤੁਸੀਂ ਸਾਹਿਬਜ਼ਾਦਿਆਂ ਦੀ ਰੱਖਿਆ ਲਈ ਕਿਰਾ ਛੱਡਣਾ ਚਾਹੁੰਦੇ ਹੋ? ਮੇਰਾ ਜੁਮਾ ਦੋਸ਼ ਪੋਸ਼ ਕੱਲ ਨੂੰ ਮੈਨੂੰ ਨਾ ਆਖਿਓ ਵੀ ਗੁਰੂ ਗੋਬਿੰਦ ਸਿੰਘ ਨੇ ਆਹ ਕਰਾਤਾ ਉਹ ਕਰਾਤਾ। ਕਿਲੇ 'ਚ ਰਹੋਗੇ ਤਾਂ ਸੇਫ ਰਹੋਗੇ। ਅੱਜ ਤੁਸੀਂ ਚੱਲੇ ਹੋ, ਤੁਹਾਡੀ ਆਪੋ ਆਪਣੀ ਜ਼ਿੰਮੇਵਾਰੀ ਹੋਊਗੀ, ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ। ਕਿਉਂਕਿ ਤੁਰਕਾਂ ਦਾ ਕੋਈ ਭਰੋਸਾ ਨਹੀਂ, ਤੁਹਾਨੂੰ 4 ਕਦਮ ਅੱਗੇ ਨਾ ਲੰਘਣ ਦੇਣ। ਜਿਨ੍ਹਾਂ ਦੀ ਰੱਖਿਆ ਲਈ ਤੁਸੀਂ ਜਾ ਰਹੇ ਹੋ, ਇਹਨਾਂ ਦੀ ਹੋਰ ਵਿਪਤਾ ਪੈ ਸਕਦੀ ਹੈ। ਮੇਰੇ ਪਿਆਰੇ ਸਿੰਘੋ, 1 ਹਫ਼ਤਾ ਰਹਿ ਜਾਓ। ਕਹਿੰਦੇ ਨਹੀਂ, 7 ਦਿਨ 7 ਘੰਟੇ ਨਹੀਂ ਰਹਿ ਸਕਦੇ। ਚਲੋ 4 ਦਿਨ, ਚਲੋ 3 ਦਿਨ, ਚਲੋ 2 ਦਿਨ, ਚਲੋ 24 ਘੰਟੇ। ਕਹਿੰਦੇ ਨਹੀਂ ਮਹਾਰਾਜ, 1 ਘੰਟਾ ਨਹੀਂ ਸਾਡੇ ਕੋਲ ਕੱਟਿਆ ਜਾਂਦਾ। ਕਹਿੰਦੇ ਚੰਗਾ, ਫਿਰ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੈ, ਹੋਣੀ ਟਲਦੀ ਨਹੀਂ ਹੈ। ਜੋ ਵਾਹਿਗੁਰੂ ਨੇ ਲਿਖਿਆ ਸੋ ਹੋ ਕੇ ਰਹੂਗਾ। ਚਲੋ, ਗੁਰੂ ਮਹਾਰਾਜ ਨੇ ਆਪ ਤੋਂ ਅੱਗੇ ਸਭਨਾਂ ਨੂੰ ਕੱਢਿਆ, ਆਪ ਸਭ ਤੋਂ ਪਿੱਛੇ ਹੋਏ। ਤੇ ਗੁਰੂ ਮਹਾਰਾਜ ਨੇ ਜਕਾਰਾ ਛੱਡਿਆ, ਆਖਿਆ, ਖਾਲਸਾ ਜੀ, ਜੋ ਸਾਡੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸਥਾਨ ਹੈ, ਇਹਦੀ ਸੇਵਾ ਸੰਭਾਲ ਕੌਣ ਕਰੇਗਾ? ਉੱਥੇ ਮੱਥਾ ਟੇਕਣ ਗਏ ਸੀ, ਅਰਦਾਸਾ ਕਰਕੇ ਕਿਲਾ ਛੱਡਿਆ। ਆਖਿਆ ਵੀ ਇਹਦੀ ਸੇਵਾ ਸੰਭਾਲ ਕੌਣ ਕਰੂ? ਕੋਈ ਰਹੇ ਇੱਥੇ, ਹੁਣ ਮਰਨਾ ਥੋੜੋ। ਮੇਰੇ ਵਰਗੇ ਤਾਂ ਪਹਿਲਾਂ ਹੀ ਮਾਰੀ ਛਾਲ ਤੇ ਆਨੰਦਪੁਰ ਦੀਆਂ ਜੂਹਾਂ ਛੱਡ ਕੇ ਘੋੜਿਆਂ ਦੇ ਚੜ੍ਹ ਕੇ ਪਿੱਛਾ ਭੌਂਕੇ ਵੇਂਦੇ ਵੀ ਮਹਾਰਾਜ ਆਉਂਦੇ ਕਿ ਨਹੀਂ ਆਉਂਦੇ। ਉਹ ਤਾਂ ਪਹਿਲਾਂ ਹੀ ਡਰਦੇ ਮਾਰੇ। ਆਪਦੀ ਜਾਨ ਚਾਹੀਦੀ ਹੈ, ਜਾਨ ਰਹੂਗੀ ਤਾਂ ਗੁਰਦੁਆਰੇ ਸਾਂਭ ਲਾਂਗੇ, ਜੇ ਜਾਨ ਹੀ ਨਾ ਰਹੀ ਮਰਨਾ ਥੋੜੋ। ਸਾਰਿਆਂ ਜਵਾਬ ਦੇ ਦਿੱਤਾ ਸੀਗਾ। ਤੁਸੀਂ ਦੱਸੋ ਕਿਹੜਾ ਸਿੰਘ ਉੱਠਿਆ? ਜਿਹੜੇ ਅਸੀਂ ਆਪਦੇ ਆਪ ਨੂੰ ਸਿੰਘ ਕਹਾਉਂਦੇ ਆ, ਗਾਤਰਿਆਂ ਵਾਲੇ ਅਕਾਲੀ ਨਿਹੰਗ ਸਿੰਘ, ਸਿੰਘ ਸਾਹਿਬ, ਕਿਸੇ ਨੇ ਰੱਖਿਆ ਲਈ ਬਾਂਹ ਖੜੀ ਕੀਤੀ ਵੀ ਮੈਂ ਗੁਰਦੁਆਰੇ ਰਹੂੰਗਾ, ਮੈਂ ਝਾੜੂ ਦੇਵਾਂਗਾ, ਮੈਂ ਸੇਵਾ ਸੰਭਾਲ ਕਰੂੰਗਾ? ਕੋਈ ਨਹੀਂ ਮੰਨਿਆ। ਮਨ ਆਖਿਆ, ਬੜੀ ਹੈਰਾਨੀ ਦੀ ਗੱਲ ਹੈ। ਜਿੱਥੇ ਮੌਜਾਂ ਮਾਣੀਆਂ, ਰੋਟੀ ਪਾਣੀ ਖਾਧਾ, ਸਰੀਰ ਤਗੜੇ ਕੀਤੇ, ਕੋਈ ਵੀ ਉੱਥੇ ਰਹਿਣ ਲਈ ਤਿਆਰ ਨਹੀਂ। ਦੱਸੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸਗੰਜ ਦੇ ਦੜੇ ਸਾਹਿਬ ਦੀ ਕੋਈ ਸੇਵਾ ਕਰਨ ਲਈ ਤਿਆਰ ਨਹੀਂ? ਉਸ ਵਕਤ ਤੁਸੀਂ ਸੱਚ ਨਹੀਂ ਮੰਨਣਾ। ਉਦਾਸੀ ਸੰਪਰਦਾ ਬਾਬਾ ਸ੍ਰੀ ਚੰਦ ਜੀ ਦੀ ਗੱਦੀ ਨਸ਼ੀਨ, ਜਿਹੜੇ 4 ਧੂਆਂ ਦੇ ਵਿੱਚੋਂ ਇੱਕ ਅਲਮਸਤ ਦੇ ਧੂਏ ਦੀ ਸਾਖੀ ਮੈਂ ਸੁਣਾਈ ਹੈ, ਉੱਥੇ ਨਾਨਕ ਮੱਤੇ ਦੀ। ਇਹ ਗੁਰਬਖਸ਼ ਸਾਹਿਬ ਵੀ ਇਹ ਇੱਕ ਧੂਆਂ ਇਹਦੇ ਕੋਲ ਸੀਗਾ। 4 ਗੱਦੀਆਂ ਅੱਗੇ ਕਨਵਰਟ ਹੋਈਆਂ ਬਾਬੇ ਗੁਰਦਿੱਤੇ ਤੋਂ, ਇੱਕ ਗੱਦੀ ਇਹਦੇ ਕੋਲ ਸੀਗੀ ਬਾਬੇ ਗੁਰਬਖਸ਼ ਸਾਹਿਬ ਕੋਲ। ਇਹਨੇ ਗਾਤਰਾ ਨਹੀਂ ਸੀ ਪਾਇਆ, ਕਿਰਪਾਨ ਨਹੀਂ, ਅੰਮ੍ਰਿਤ ਨਹੀਂ ਸੀ ਛਕਿਆ। ਉਦਾਸੀ ਸੰਪਰਦਾ ਦਾ ਮਹਾਤਮਾ ਸੀਗਾ। ਇਹਨੇ ਹੱਥ ਜੋੜੇ, ਕਹਿੰਦੇ ਮਹਾਰਾਜ ਜੇ ਆਪ ਦੀ ਆਗਿਆ ਹੋਵੇ ਤਾਂ ਮੈਂ ਰਹਿਣ ਨੂੰ ਤਿਆਰ ਹਾਂ। ਵੇਖੋ, ਪਤਾ ਸੀਗਾ ਵੀ ਤੁਰਕ ਆ ਜਾਣਗੇ, ਕਬਜ਼ਾ ਹੋ ਜਾਊਗਾ, ਗਾਟਾ ਲਾ ਕੇ ਸੁੱਟ ਦੇਣ, ਕੋਈ ਜ਼ਿੰਮੇਵਾਰੀ ਨਹੀਂ। ਪਰ ਆਪਦੀ ਜਾਨ ਤਲੀ ਤੇ ਰੱਖ ਕੇ ਇਹ ਗੱਲ ਮੰਨੀ ਵੀ ਮੈਂ ਇੱਥੇ ਰਹੂੰਗਾ। ਪਰ ਮਹਾਰਾਜ ਮੈਂ ਭੁੱਖਾ ਮਰੂੰਗਾ। ਤੁਸੀਂ ਤਾਂ ਸਾਰੇ ਚੱਲੇ ਹੋ, ਰੋਟੀਆਂ ਕਿੱਥੋਂ ਚੱਲਣਗੀਆਂ? ਲੰਗਰ ਤਾਂ ਬੰਦ, ਪ੍ਰਸ਼ਾਦਾ ਕਿੱਥੋਂ ਖਾਊਂਗਾ? ਸੇਵਾ ਕਿਵੇਂ ਕਰੂੰਗਾ ਜੀ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਗੜਾ ਰਹੋ, ਤੂੰ ਇੱਜ਼ਤ ਰੱਖੀ ਗੁਰੂ ਘਰ ਦੀ। ਇਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਥਾਨ ਹੈ, ਸਾਡੇ ਪਿਤਾ ਜੀ ਦਾ। ਚੰਡੀ ਦੀ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਪੰਕਤੀ ਆਉਂਦੀ ਹੈ, ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਮੈਂ ਬਾਬੇ ਸ੍ਰੀ ਚੰਦ ਦੀ ਮਹਿਮਾ ਕਰ ਰਿਹਾ, ਉਦਾਸੀ ਸੰਪਰਦਾ ਦੇ ਮਹਾਤਮਾ ਦੇ। ਗੁਰੂ ਮਹਾਰਾਜ ਦੀ ਸੱਜੀ ਬਾਂਹ, ਗੁਰਦੁਆਰੇ ਦੀ ਸੱਜੀ ਬਾਂਹ ਬਾਬਾ ਸ੍ਰੀ ਚੰਦ ਜੀ ਨੇ। ਬੰਦੇ ਦੀ ਸੱਜੀ ਬਾਂਹ ਲਾ ਦਿਓ ਤੇ ਦੱਸੋ ਬੰਦਾ ਕੰਮ ਕਿਵੇਂ ਕਰੂਗਾ? ਤੁਸੀਂ ਆਪ ਸਿਆਣੇ। ਖਾਲਸਾ ਭਾਵੇਂ ਖੱਬੀ ਬਾਂਹ ਹੈ ਤੇ ਬਾਬਾ ਸ੍ਰੀ ਚੰਦ ਜੀ ਸੱਜੀ ਬਾਂਹ ਹੈ।
ਖਾਲਸਾ ਤਾਂ ਹੁਣ ਹੀ ਅੰਮ੍ਰਿਤਧਾਰੀ ਪ੍ਰਗਟ ਹੋਇਆ, ਪਹਿਲਾਂ ਨਹੀਂ ਸੀ ਲੱਭਦਾ। ਬਿਪਤਾ ਦਾ ਮਾਰਿਆ, ਜਿਉਂ ਜੰਮਿਆ ਇਹਦੇ ਸਿਰ ਮੁਸ਼ਕਿਲਾਂ ਹੀ ਪਈਆਂ ਰਹੀਆਂ। ਬਾਬੇ ਬੰਦੇ ਬਹਾਦਰ ਤੋਂ ਲੈ ਕੇ ਵੇਖ ਲਓ, ਨਾ ਤਾਂ ਗੁਰੂ ਗੋਬਿੰਦ ਸਿੰਘ ਨੂੰ ਦੁਨੀਆ ਟਿਕਣ ਦਿੱਤਾ, ਪੰਜਾਬ ਦੀ ਧਰਤੀ ਮਹਾਰਾਜ ਨੂੰ ਛੱਡਣੀ ਪਈ। ਆਨੰਦਪੁਰੋਂ ਭਜਾਇਆ ਤੇ ਮਾਲਵੇ ਦੀ ਧਰਤੀ ਉੱਥੋਂ ਵੀ ਭਜਾਤਾ। ਹਜੂਰ ਸਾਹਿਬ ਜਾ ਕੇ ਸਰੀਰ ਪਿੱਛੋਂ ਕਟਾਰ ਮਾਰੀ, ਸੁੱਤੇ ਪਿਆਂ ਦੇ, ਜ਼ਿੰਦਗੀ ਜਿਉਣ ਨਹੀਂ ਦਿੱਤੀ। ਬੰਦੇ ਬਹਾਦਰ ਨੂੰ ਵੇਖੋ, ਮਾਸ ਨੋਚ ਨੋਚ ਕੇ ਸ਼ਹੀਦ ਕੀਤਾ। ਇਹ ਦੁਨੀਆ ਇੰਨੀ ਭੈੜੀ ਹੈ, ਮਗਰੋਂ ਤਾਂ ਕਬਰਾਂ ਨੂੰ ਵੀ ਪੂਜਦੀ ਹੈ, ਦੀਵੇ ਜਗਾਉਂਦੀ ਹੈ, ਪਰ ਜਿਉਂਦੇ ਬੰਦੇ ਦੀ ਕੋਈ ਉਹਨੂੰ ਜ਼ਿੰਦਗੀ ਵੀ ਨਹੀਂ ਨਸੀਬ ਹੈ, ਉਹਦਾ ਕੋਈ ਸਤਿਕਾਰ ਨਹੀਂ। ਇਹ ਇੰਡੀਆ ਹੈ। ਪਿਆ ਭਾਵੇਂ ਤੜਫੇ, ਤਰਲੇ ਮਾਰਦਾ, ਪਾਣੀ ਦੇ ਘੁੱਟ ਤੋਂ ਮਰ ਜਾਊਗਾ, ਪਰ ਮੂੰਹ 'ਚ ਕੋਈ ਦੁਨੀਆ ਦਾ ਪਾਣੀ ਨਹੀਂ ਪਾਊਗਾ। ਮਗਰੋਂ ਦੀਵੇ ਜਗਾਉਣ, ਜੋਤਾਂ ਜਗਾਉਣ, ਨੱਕ ਰਗਣ, ਜੋ ਮਰਜ਼ੀ ਕਰਨ, ਬੰਦਾ ਤਾਂ ਪਾਣੀ ਨੂੰ ਤਰਸਦਾ ਮਰ ਗਿਆ। 4 ਦਿਨਾਂ ਦੀ ਜ਼ਿੰਦਗੀ ਆਪਦੀ ਖਰੀਦੀ ਜ਼ਮੀਨ ਤੇ ਰਹਿਣ ਨਹੀਂ ਦਿੱਤੀ, ਫਿਰ ਮੱਥੇ ਟੇਕੇ ਕਿਸ ਕੰਮ? ਦੱਸੋ ਭਾਈ। ਖਾਲਸਾ ਬਿਪਤਾ ਦਾ ਮਾਰਿਆ ਰਿਹਾ। ਇਹਨਾਂ ਉਦਾਸੀ ਸੰਪਰਦਾ ਦੇ ਮਹਾਤਮਾ ਦੇ ਵਾਰੇ ਵਾਰੇ ਜਾਈਏ। ਇਹਨਾਂ ਨੇ ਅੱਜ ਤੱਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ ਔਰ ਗੁਰੂ ਮਹਾਰਾਜ ਦਾ ਸੇਵਾ ਸਤਿਕਾਰ ਪੂਰੀ ਮਰਿਆਦਾ ਬਹਾਲ ਰੱਖੀ। ਧੰਨ ਬਾਬਾ ਸ੍ਰੀ ਚੰਦ ਜੀ ਮਹਾਂਪੁਰਖ, ਉਹਨਾਂ ਦੀ ਗੱਦੀ ਦੇ ਵਾਰਿਸ ਬਾਬਾ ਗੁਰਬਖਸ਼ ਸਾਧ ਨੇ ਕਲਗੀਧਰ ਦਾ ਬਚਨ ਮੰਨਿਆ ਔਰ ਗੁਰੂ ਘਰ ਦੀ ਇੱਜ਼ਤ ਰੱਖੀ। ਮਹਾਰਾਜ ਕਹਿੰਦੇ, ਇਹ ਸਾਡੇ ਪਿਤਾ ਜੀ ਦਾ ਥੜਾ ਸਾਹਿਬ ਹੈ, ਤੂੰ ਜਦ ਇੱਥੇ ਝਾੜੂ ਦਿਆ ਕਰੇਗਾ ਤਾਂ ਤੈਨੂੰ ਇੱਕ ਸੋਨੇ ਦੀ ਮੁਹਰ ਸਵੇਰੇ ਲੱਭਿਆ ਕਰੇਗੀ, ਇੱਕ ਤੈਨੂੰ ਸ਼ਾਮਾਂ ਨੂੰ ਲੱਭਿਆ ਕਰੇਗੀ। ਸੋਨਾ ਦੇਖੋ ਕਿੰਨਾ ਕੀਮਤੀ ਹੈ। ਵੇਚ ਵਟ ਕੇ ਜੋ ਮਰਜ਼ੀ ਆਪਦਾ ਲੰਗਰ ਪਾਣੀ ਤਿਆਰ ਕਰੀ, ਬਣਾਈ, ਵਰਤਾਈ। ਔਰ ਇੱਥੇ ਇੰਨੀਆਂ ਸੰਗਤਾਂ ਆਉਣਗੀਆਂ, ਆਨੰਦਪੁਰ ਸਾਹਿਬ ਵਸਦਾ ਰਹੇਗਾ। ਉਜੜ ਥੇ ਹੋ ਵਸਾਇਓ, ਸਾਡੇ ਪਿਤਾ ਜੀ ਨੇ ਉਜੜਾ ਥੇ ਵਸਾਇਆ। ਇਹ ਪਿਤਾ ਸਤਿਗੁਰੂ ਜੀ ਦਾ ਸਥਾਨ ਹੈ। ਇੱਥੇ ਤੂੰ ਆਪਦੇ ਲੰਗਰ ਦੀ ਕੀ ਗੱਲ ਕਰਦਾ? ਇੱਥੇ ਗੁਰੂ ਕੇ ਲੰਗਰ ਚੱਲਣਗੇ, ਲਹਿਰਾਂ ਬਹਿਰਾਂ ਹੋਣਗੀਆਂ। ਅੱਜ ਵੀ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ, ਕੋਈ ਆਨੰਦ ਸਾਹਿਬ ਦੇ ਪਾਠ ਕਰਕੇ, 3 ਆਨੰਦ ਸਾਹਿਬ ਦੇ ਪਾਠ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅਰਦਾਸਾਂ ਸੁਧ, ਤਾਂ ਉਹਦੀ ਅਰਦਾਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਸੰਪੂਰਨ ਕਰਦੇ ਹਨ। ਐਸਾ ਸਹਿਯੋਗ, ਐਸੀਆਂ ਸੇਵਾਵਾਂ ਗੁਰੂ ਘਰ ਦੇ ਵਿੱਚ ਇਹਨਾਂ ਦਾ ਉਦਾਸੀ ਸੰਪਰਦਾ ਮਹਾਂਪੁਰਖਾਂ ਦਾ ਬਹੁਤ ਬੜਾ ਹਿੱਸਾ ਹੈ। ਬੜੇ ਮੁਸ਼ਕਲ ਦੇ ਸਮੇਂ ਇਹਨਾਂ ਮਹਾਰਾਜ ਨੂੰ ਸਾਂਭਿਆ। ਅੱਜ ਵੀ ਗੁਰੂ ਸਾਹਿਬ ਦਾ ਇਹਨਾਂ ਦੇ ਸਥਾਨਾਂ ਤੇ ਪਾਵਨ ਪ੍ਰਕਾਸ਼ ਹੈ। ਪਰ ਕਈ ਲੋਕ ਤੰਬਾਕੂ ਵਰਤਣ ਲੱਗ ਪਏ, ਕਈ ਬੀੜੀ ਪੀਣ ਲੱਗ ਪਏ। ਉਹ ਇਸ ਕਰਕੇ ਗੁਰੂ ਘਰ ਤੋਂ ਵਿਵਰਜਿਤ ਨੇ। ਨਸ਼ੇ ਪੱਤੇ ਵਾਲੇ ਗੁਰੂ ਦੇ ਸਿੱਖ ਨਹੀਂ ਹੋ ਸਕਦੇ, ਪਰ ਅਸਲੀ ਜੋ ਉਦਾਸੀ ਮਹਾਤਮਾ ਨੇ, ਉਹ ਨਾ ਤਾਂ ਨਸ਼ਾ ਵਰਤਦੇ ਨੇ ਤੇ ਨਾ ਕਿਸੇ ਹੋਰ ਕ੍ਰਿਤੀ ਨੂੰ ਕਰਦੇ ਨੇ। ਮਹਾਰਾਜ ਦੀ ਮਰਜ਼ਾਦਾ ਦੇ ਵਿੱਚ ਸਾਧੂਪਣੇ 'ਚ ਰਹਿ ਕੇ ਤਪੱਸਿਆ ਕਰਦੇ ਆ ਤੇ ਸੱਚੇ ਸੁੱਚੇ ਹਨ। ਸਾਡੇ ਨਗਰ ਦੇ ਵਿੱਚ ਇੱਕ ਉਦਾਸੀ ਮਹਾਤਮਾ ਹੁੰਦੇ ਸੀ, ਪਗਵੇਂ ਚੋਲੇ ਵਾਲੇ। ਉਹਨਾਂ ਜਪਜੀ ਸਾਹਿਬ ਦਾ ਪਾਠ ਕਰਦੇ ਹੁੰਦੇ ਸੀ। ਬਸ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ, ਸੁਖਾਸਨ ਕਰਨਾ। 24 ਘੰਟਿਆਂ ਬਾਅਦ ਜਦ ਕਿਸੇ ਨੇ ਪਿਆਰ ਨਾਲ ਪ੍ਰਸ਼ਾਦਾ ਬਣਾ ਦਿੱਤਾ, ਮਰਜ਼ਾਦਾ ਦਾ, ਦੇਸੀ ਘਿਓ ਦਾ ਤਿਆਰ ਕੀਤਾ, 24 ਘੰਟਿਆਂ ਬਾਅਦ ਪ੍ਰਸ਼ਾਦਾ ਛਕਦੇ। ਔਰ ਬਾਕੀ ਟਾਈਮ ਤਪੱਸਿਆ ਕਰਦੇ ਰਹਿੰਦੇ। ਕੋਈ ਤਨਖਾਹ ਨਹੀਂ ਲੈਂਦੇ, ਕੋਈ ਚੜਾਵਾ ਨਹੀਂ ਚੁੱਕਦੇ। ਨਿਸ਼ਕਾਮ ਸੇਵਾ ਉਹਨਾਂ ਨੇ ਕੀਤੀ। ਤੇ ਅਸਥਾਨ ਹੈ ਗੁਰਦੁਆਰਾ ਸ਼ਹੀਦਾਂ ਬਾਬਾ ਅਰੂੜ ਸਿੰਘ, ਬਾਬਾ ਦਿਆਲ ਸਿੰਘ, ਮਾਲਵੇ ਦੇ ਸਿੰਘ ਜੋ ਬਾਬੇ ਦੀਪ ਸਿੰਘ ਦੇ ਜਥੇ ਵਿੱਚ ਸਨ, ਉਸ ਅਸਥਾਨ ਦੇ ਸ਼ਹੀਦ ਹੋਏ। ਉੱਥੇ ਉਹਨਾਂ ਦਾ ਆਸਣ ਰਿਹਾ, ਫਿਰ ਉੱਥੇ ਚੜ੍ਹਾਈ ਕੀਤੀ। ਇਸ ਲਈ ਉਦਾਸੀ ਸੰਪਰਦਾ ਦੇ ਮਹਾਤਮਾ ਨੂੰ ਨਮਸਕਾਰ ਕਰਨੀ ਬਣਦੀ ਹੈ। ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਜੀ ਨੇ 20 ਰੁਪਈਏ ਦਿੱਤੇ, ਸਭ ਤੋਂ ਪਹਿਲਾਂ ਮਹਾਰਾਜ ਨੇ ਉਹਨਾਂ 20 ਰੁਪਈਆਂ ਦਾ ਜਿਹੜਾ ਭੋਜਨ ਸੀਗਾ ਸਾਧੂਆਂ ਨੂੰ ਛਕਾਇਆ ਸੀਗਾ। ਉਹ ਨਿਹੰਗਾਂ ਨੂੰ ਜਾਂ ਸਾਡੇ ਵਰਗੇ ਗਾਤਰਿਆਂ ਵਾਲੇ ਨਹੀਂ ਸਨ, ਉਦੋਂ ਕੱਟੜ ਸਿੱਖ ਨਹੀਂ ਸਨ, ਸਾਧੂ ਹੀ ਸੀਗੇ, ਭਜਨ ਬੰਦਗੀ ਵਾਲੇ। ਸਾਧੂਆਂ ਦਾ ਬਹੁਤ ਬੜਾ ਮਹਾਤਮ ਹੁੰਦਾ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਜੇ ਅਸੀਂ ਅੱਜ ਕੱਲ੍ਹ ਪੱਗਾਂ ਦਸਤਾਰਾਂ ਸਜਾ ਲਈਆਂ, ਅਕਾਲੀ ਨਿਹੰਗ ਬਣ ਗਏ, ਗਾਤਰੇ ਪਾ ਲਏ, ਸਿੰਘ ਸਾਹਿਬ ਬਣ ਗਏ, ਇਹ ਨਹੀਂ ਵੀ ਗੁਰਦੁਆਰਾ ਅਸੀਂ ਖਰੀਦ ਲਿਆ। ਉਹਨਾਂ ਦਾ ਵੀ ਹਿੱਸਾ ਮਹਾਰਾਜ ਉਹ ਸਤਿਕਾਰ ਕਰਦੇ। ਦੇਖੋ ਦਾ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਕੋ ਕਰ ਸੰਦਨ ਕੀ ਤੋਰੇ। ਅੱਜ ਕੱਲ੍ਹ ਭਗਵਾਨ ਕੱਪੜਾ ਵੇਖ ਕੇ ਵੇਖਦਿਆਂ ਸਾਰੀ ਸਾਡੇ ਵਰਗੇ RSS ਦਾ ਬਿੱਲਾ ਲਾ ਦਿੰਦੇ।
ਵੀ ਉਹ ਤਾਂ RSS ਹੈ ਜੀ, ਉਹਦੇ ਕੋਲ ਨਾ ਜਾਓ ਜੀ, ਉਹ RSS ਵਾਲੇ ਆ ਗਏ ਜੀ ਗੁਰਦੁਆਰੇ। ਐਵੇਂ ਹੀ ਗਲਤ ਮਲਤ ਫੋਟੋਆਂ ਲਾ ਕੇ। ਮੈਂ ਤਾਂ ਬੇਨਤੀ ਕਰ ਰਿਹਾ ਵੀ ਬਾਬਾ ਹਰਨਾਮ ਸਿੰਘ ਜੀ ਉਹ ਸਾਧੂਆਂ ਦੇ ਨਾਲ ਪਿਆਰ ਕਰਨ ਵਾਲੇ ਨੇ। ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ, ਕੋਈ ਮਹਾਤਮਾ ਨੂੰ ਗੁਰਦੁਆਰੇ ਸਾਦਾ ਨਹੀਂ ਆਉਣਾ, ਚੋਰ ਵੀ ਆ ਜਾਣ ਉਹਨਾਂ ਨੂੰ ਵੀ ਸਤਿਕਾਰ ਕਰੀਦਾ। ਹੁਣ ਸਾਨੂੰ ਕੀ ਪਤਾ ਕਿਹੜਾ ਚੋਰ ਤੇ ਕਿਹੜਾ ਸਾਧ, ਜਿਹੜਾ ਗੁਰਦੁਆਰੇ ਹੀ ਆ ਗਿਆ। ਬਾਕੀ ਉਹ ਭਗਵੇਂ ਕੱਪੜਿਆਂ ਵਾਲੇ ਸਾਧੂ ਆਏ ਤੇ ਉਹ ਮਹਾਂਪੁਰਖ ਬਾਬਾ ਜੀ ਵਿਖਾ ਤਾਂ ਉਹ ਗੀਤ ਆ ਰਹੇ ਨੇ, ਪਤਾ ਨਹੀਂ ਹਿੰਦੂ ਗ੍ਰੰਥ ਤੋਂ ਕਿਸੇ ਨੇ ਕਹਿ ਦਿੱਤਾ, ਉੱਤੇ ਲਿਖ ਕੇ ਪਾਤਾ ਵੀ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਜਾਂ ਬਾਣੀ ਦੀ ਪੋਥੀ ਬਾਰੇ ਲਿਖ ਕੇ ਪਾਤਾ। ਗਲਤ ਮਲਤ ਗੱਲਾਂ ਲੋਕ ਕਰਦੇ ਨੇ ਕੇਵਲ ਗੁਰੂ ਘਰ ਦੀ ਬਦਨਾਮੀ ਵਾਸਤੇ। ਕਿ ਉਹ ਭਗਵਾਂ ਕੱਪੜਾ ਜਾਂ ਸਾਧੂ RSS ਹੀ ਨਹੀਂ ਹੁੰਦੀ। ਨਾਮ ਜਪਣ ਵਾਲੇ ਹਰੇਕ ਥਾਂ ਦੇ ਸਤਿਕਾਰਯੋਗ ਨੇ, ਪ੍ਰਵਾਨ ਨਹੀਂ ਕਹਾਣ। ਸੋ ਇਸ ਵਾਸਤੇ ਬਾਬਾ ਸ੍ਰੀ ਚੰਦ ਜੀ ਨੂੰ ਨਮਸਕਾਰ ਕਰਦੇ ਹਾਂ। ਆਪਾਂ ਕਥਾ ਨੂੰ ਅੱਗੇ ਤੋਰਦੇ ਹਾਂ। ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਨ ਕੀਤੀ ਸੋ ਮੰਨਣਾ, ਜਿਸ ਨੇ ਸ੍ਰੀ ਗੁਰੂ ਨਾਨਕ ਰੂਪ ਹੋ ਕੇ ਗੁਰਿਆਈ ਕੀਤੀ ਹੈ। ਸਾਨੂੰ ਗੁਰੂ ਤਾਂ ਗੁਰੂ ਅੰਗਦ ਦੇਵ ਨੂੰ ਹੀ ਮੰਨਣਾ ਚਾਹੀਦਾ। ਬੀਬੀ ਜਿਸ ਦੇ ਨਾਲ ਵਿਆਹੀ ਜਾਵੇ, ਪਤੀ ਤਾਂ ਬੀਬੀ ਦਾ ਉਹੀ ਹੁੰਦਾ ਹੈ। ਤੇ ਬਾਕੀ ਤੁਸੀਂ ਦੱਸੋ, ਪਤੀ ਦੀ ਮਾਂ ਕਿੱਥੇ ਜਾਏ? ਉਹਨੂੰ ਘਰੋਂ ਕੱਢ ਦੋ। ਪਿਓ ਕਿੱਥੇ ਜਾਏ? ਉਹਨੂੰ ਘਰੋਂ ਕੱਢ ਦੋ। ਪਤੀ ਦੀ ਭੈਣ ਕਿੱਥੇ ਜਾਏ? ਲੜ ਕੇ ਕਹੋ ਵੀ ਗੇਟੋਂ ਬਾਹਰ, ਛੇਤੀ ਵਿਆਹ ਕਰਾ ਆਪਦੇ ਘਰ ਨੂੰ ਜਾ। ਇਹ ਕੋਈ ਹੈ ਬੰਦਿਆਂ ਵਾਲਾ ਕੰਮ? ਦੱਸੋ। ਪਤੀ ਦਾ ਭਰਾ ਕਿੱਥੇ ਜਾਏ? ਮੈਂ ਤਾਂ ਨਹੀਂ ਰੋਟੀਆਂ ਪਕਾਉਣੀਆਂ। ਇਹ ਕੋਈ ਗੱਲ ਥੋੜ੍ਹਾ। ਠੀਕ, ਤੁਹਾਡਾ ਵਿਆਹ ਹੋਇਆ, ਪਤੀ ਤੁਹਾਨੂੰ ਮਿਲ ਗਿਆ, ਤੇ ਬਾਕੀ ਦਾ ਟੱਬਰ ਉਹ ਵੀ ਤਾਂ ਪਤੀ ਦਾ ਸੰਬੰਧੀ ਹੋਈ ਹੈ। ਤੁਸੀਂ ਦੱਸੋ ਜੇ ਮੈਂ ਝੂਠ ਬੋਲਿਆ ਜਾਂ ਮੈਂ ਗਲਤ ਆਖਿਆ। ਜੇ ਗੁਰੂ ਨਾਨਕ ਸਾਹਿਬ ਨੇ ਸਾਡੇ, ਮੁਬਾਰਕ ਹੈ ਸਾਨੂੰ ਸਿੱਖਾਂ ਨੂੰ ਵੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨਦੇ ਹਾਂ। ਔਰ ਉਹਨਾਂ ਨੇ ਗੱਦੀ ਦਿੱਤੀ ਗੁਰੂ ਅੰਗਦ ਦੇਵ ਜੀ ਨੂੰ। ਗੁਰੂ ਤਾਂ ਸਾਡੇ ਗੁਰੂ ਅੰਗਦ ਦੇਵ ਜੀ ਨੇ, ਤੇ ਬਾਬਾ ਸ੍ਰੀ ਚੰਦ ਕਿੱਥੇ ਜਾਊਗਾ? ਜੰਮਿਆ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਹੀ ਹੈ ਨਾ। ਦੱਸੋ। ਮਾਤਾ ਸੁਲੱਖਣੀ ਦੀ ਕੁੱਖ ਨੂੰ ਭਾਗ ਲੱਗਾ, ਗੁਰਦੁਆਰੇ ਆਇਆ ਤੇ ਗੁਰਦੁਆਰੇ ਹੀ ਰਿਹਾ। ਸਾਥੋਂ ਤਾਂ 1000 ਗੁਣਾ ਚੰਗਾ। ਆਪਾਂ ਤਾਂ ਆਪਦੇ ਬੱਚਿਆਂ ਦਾ ਹੀ ਆਪਦੇ ਬਾਰੇ ਸੋਚਦੇ ਹਾਂ, ਤੇ ਬਾਬਾ ਜੀ ਨੇ ਸਾਰੀ ਉਮਰ ਤਪੱਸਿਆ ਕੀਤੀ। ਇਹ ਨਹੀਂ ਵੀ ਆਪਾਂ ਸਿੱਖਾਂ ਦੇ ਬਾਬਾ ਸ੍ਰੀ ਚੰਦ ਐਵੇਂ ਹੀ ਆ ਜੀ, ਆਪਾਂ ਨਹੀਂ ਮੰਨਦੇ ਜੀ, ਆਪਾਂ ਤਾਂ ਇਕੱਲੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਮੁਬਾਰਕ ਹੈ ਤੁਹਾਨੂੰ ਸਿੱਖਾਂ ਨੂੰ, ਨਮਸਕਾਰ ਹੈ ਵੀ ਤੁਸੀਂ ਮੰਨਦੇ ਤੋਂ ਹੈ ਗੁਰਦੁਆਰੇ ਨੂੰ, ਗੁਰੂ ਗ੍ਰੰਥ ਸਾਹਿਬ ਨੂੰ। ਕਈ ਤਾਂ ਮੰਨਦੇ ਹੀ ਨਹੀਂ, ਪਰ ਬਾਕੀ ਟੱਬਰ ਵੀ ਮਹਾਰਾਜ ਦਾ ਹੀ ਹੈ। ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਭੁੱਖੇ ਸਾਧੂਆਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲੀ ਵਾਰ ਰੁਪਈਏ ਮਿਲੇ ਤੇ ਪ੍ਰਸ਼ਾਦਾ ਛਕਾਇਆ। ਔਰ ਇਹ ਬੇਨਤੀ ਕੀਤੀ, ਵਚਨ ਕੀਤਾ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਮਾਰੇ ਤਾਂ ਸੰਤਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਮੰਗਦੇ ਨੇ। ਕਿੱਥੇ ਸਮੇਰ ਪਰਬਤ ਤੇ ਚੜ੍ਹ ਕੇ ਗਏ ਤੇ ਆਪਾਂ ਨਿੰਦਿਆ ਕਰਦੇ ਥੱਕਦੇ ਨੇ। ਪੰਜਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ ਦਾ ਪਾਠ ਲਿਖਿਆ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਵੇਖੇ ਅਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀਆਂ ਦੀ ਉਸਤੀ ਕਰ ਰਹੇ ਨੇ। ਔਰ ਸਾਧੂ ਸੰਤਾਂ ਦੀ ਪੂਰੀ ਅਸ਼ਟਪਦੀ, ਸਾਧ ਕੈ ਸੰਗ ਨਾਹੀ ਕਸ਼ਕਾਲ, ਦਰਸ਼ਨ ਬੇਟਤ ਹੋਤ ਨਿਹਾਲ। ਇਹਨਾਂ ਸਾਧੂਆਂ ਦੀ ਤਾਂ ਉਸਤਤੀ ਕੀਤੀ। ਗੁਰੂ ਨਾਨਕ ਦੇਵ ਤਾਂ ਗੋਬਿੰਦ ਰੂਪ ਨੇ, ਉਹਨਾਂ ਨੂੰ ਸਾਧੂ ਥੋੜ੍ਹਾ ਆਖਿਆ। ਸਾਧੂ ਤਾਂ ਬਾਬੇ ਸ੍ਰੀ ਚੰਦ ਵਰਗੇ ਗੁਰਮੁਖਾਂ ਨੂੰ ਆਖਿਆ। ਸੁਖਮਨੀ ਸਾਹਿਬ ਦੇ ਵਿੱਚ ਸਾਧੂਆਂ ਦੀ ਅਸ਼ਟਪਦੀ 7ਵੀਂ, ਬ੍ਰਹਮ ਗਿਆਨੀਆਂ ਦੀ ਅਸ਼ਟਪਦੀ 8ਵੀਂ। ਫਿਰ ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਾ ਤਿਸਕਾ ਪਤਨ ਹੋਏ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। 13ਵੀਂ ਅਸ਼ਟਪਦੀ ਸੰਤਾਂ ਦੇ ਨਿੰਦਕਾਂ ਬਾਬਤ ਪੂਰੀ ਦੀ ਪੂਰੀ ਮਹਾਰਾਜ ਨੇ ਲਿਖ ਦਿੱਤੀ। ਕਾਹਦੇ ਲਈ? ਸਾਡੇ ਵਰਗਿਆਂ ਨੂੰ ਸਿੱਖਿਆ ਦੇਣ ਵਾਸਤੇ। ਸੱਚਮੁੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਮੰਨਣਾ ਤੇ ਪੂਜਣਾ ਗੁਰੂ ਗ੍ਰੰਥ ਸਾਹਿਬ ਨੂੰ ਹੀ ਹੈ, ਪਰ ਸਾਧੂਆਂ ਦਾ ਸਤਿਕਾਰ ਵੀ ਉਹਨਾਂ ਦੀ ਆਪਦੀ ਜਗ੍ਹਾ ਤੇ, ਉਹਨਾਂ ਦਾ ਸਤਿਕਾਰ ਵੀ ਕਰਨਾ, ਐਵੇਂ ਤੋੜ ਕੇ ਨਹੀਂ ਸੁੱਟਣਾ। ਮੈਂ ਤਾਂ ਬੇਨਤੀ ਕਰ ਰਿਹਾ ਵੀ ਅੱਜ ਕੱਲ੍ਹ ਉਹ YouTube ਦਾ ਜ਼ਮਾਨਾ, ਮਸ਼ਹੂਰੀ ਵਾਸਤੇ ਜਿਹੜੇ
ਸਰਕਾਰੀ ਏਜੰਸੀਆਂ ਦੇ ਬੰਦੇ ਨੇ। ਨਿਆਣੇ ਸਾਡੇ ਤਾਂ ਪਹਿਲਾਂ ਹੀ ਗੁਟਕਾ ਫੜ ਕੇ ਰਾਜੀ ਨੇ। ਜੇ ਸਾਧੂਆਂ ਸੰਤਾਂ ਦੀ ਨਿੰਦਿਆ ਕਰਕੇ ਸੰਤਾਂ ਨੂੰ ਤੋੜਤਾ, ਫਿਰ ਗੁਟਕਾ ਕੌਣ ਫੜਾਊਗਾ? ਦੱਸੋ ਭਾਈ, ਕੋਈ ਹੈ ਸਿੱਖਿਆ ਦੇਣ ਵਾਲਾ ਵੀ ਬਾਣੀ ਪੜੋ? ਬਾਬੇ ਅਤਰ ਸੋਹਣ ਦੀ, ਬਾਬੇ ਈਸ਼ਰ ਸੋ ਰਾੜਾ ਸਾਹਿਬ ਵਾਲਿਆਂ ਦੀ ਸਾਰੇ ਸੰਤਾਂ ਦੀ ਨਿੰਦਿਆ ਕਰਦੇ। ਆਖੇ ਜੀ ਇਹ ਤਾਂ ਫੌਜੀ ਰਿਟਾਇਰ ਸੀਗੇ, ਗੋਰਿਆਂ ਦੇ ਖਰੀਦੇ ਹੋਏ ਸਨ, ਇਸ ਤਰ੍ਹਾਂ ਉਸ ਤਰ੍ਹਾਂ। ਬਾਬੇ ਜਰਨੈਲ ਸਿੰਘ ਬਾਰੇ ਗਲਤ ਗੱਲਾਂ ਲਿਖੀਆਂ ਕਿਤਾਬਾਂ ਦੇ ਵਿੱਚ, ਇਹ ਤਾਂ ਕਾਂਗਰਸੀ ਸੀਗੇ ਜੀ। ਤੇ ਇਹ ਸਭ ਗਲਤ ਪ੍ਰਚਾਰ ਹੋ ਰਿਹਾ। ਗੁਰੂ ਘਰ ਦੇ ਨਾਲ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ। ਕਿਤੇ ਰਾਧਾ ਸਵਾਮੀ ਦੀ ਨਿੰਦਿਆ ਪੜ੍ਹੀ ਹੈ ਵੀ ਇਹ ਸਰਕਾਰੀ ਬੰਦੇ ਨੇ? ਕਿਸੇ ਹੋਰ ਦੀ ਪੜ੍ਹੀ ਹੋਵੇ? ਦੁਨੀਆ ਜਿੰਨਾ ਮਰਜ਼ੀ ਰੌਲਾ ਪਾਈ ਜਾ, ਪਰ ਕਿਤੇ ਨਿੰਦਿਆ ਕੋਈ ਕਰਦਾ ਨਹੀਂ, ਜਾਂ ਤੁਸੀਂ ਪੜ੍ਹਿਆ ਨਹੀਂ ਹੋਊਗਾ। ਕਿਤੇ ਸ਼ਿਵਜੀ ਮਹਾਰਾਜ ਦੀ ਸਾਖੀ, ਕੋਈ ਸ਼ਿਵਲਿੰਗ ਬਾਰੇ ਜਾਂ ਕੁਛ ਹੋਰ ਗਲਤ ਮਲਤ ਕੁਛ ਪੜ੍ਹਿਆ ਆਪ ਨੇ? ਬਿਲਕੁਲ ਨਹੀਂ। ਉੱਚੀ ਸੁੱਚੀ ਗੁਰਬਾਣੀ ਤੇ ਗੁਰੂ ਦੀ ਮਰਜ਼ਾਦਾ ਤੇ ਉੱਚੇ ਸੁੱਚੇ ਮਹਾਤਮਾ ਸਾਧੂਆਂ ਦੀ ਨਿੰਦਿਆ ਦੇ ਗ੍ਰੰਥ ਤੁਹਾਨੂੰ ਮਿਲਣਗੇ। ਇੱਕ ਮਾਸ ਕਰ ਮੂਰਖ ਝਗੜੇ, ਉਹਦੇ ਪਤਾ ਨਹੀਂ ਕਿੰਨੇ ਵੋਲੀਅਮ ਕੱਢਦੇ, ਸਾਰੇ ਨਿੰਦਿਆ ਹੀ ਹੈ। ਤੇ ਇੱਕ ਉਹ ਸੰਤਨ ਕੀ ਮਹਿਮਾ ਗ੍ਰੰਥ ਵਿੱਚ ਵੀ ਸਾਰੇ ਮਹਾਂਪੁਰਖਾਂ ਨੂੰ ਕਿਸੇ ਨੂੰ ਨਹੀਂ ਛੱਡਿਆ। ਤੋ ਇਸ ਵਾਸਤੇ ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸਮਤ ਬਖਸ਼ਣ। ਧੰਨ ਬਾਬਾ ਸ੍ਰੀ ਚੰਦ ਜੀ ਦਾ ਧਿਆਨ ਧਾਰ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਜਿਨ ਕੀਤੀ ਸੋ ਮੰਨਣਾ, ਜਿਸ ਨੇ ਗੁਰੂ ਨਾਨਕ ਰੂਪ ਹੋ ਕੇ ਗੁਰਿਆਈ ਕੀਤੀ ਹੈ, ਸਾਨੂੰ ਤਾਂ ਉਹੀ ਸਰੂਪ ਗੁਰੂ ਅੰਗਦ ਦੇਵ ਰੂਪ ਮੰਨਣਾ ਚਾਹੀਦਾ ਹੈ। ਤੇ ਪਰ ਸਾਧੂਆਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ। ਇਸੇ ਪ੍ਰਕਾਰ ਜਿਨ ਕੀਤੀ ਸੋ ਮੰਨਣਾ, ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਗੁਰੂ ਨੂੰ ਉਹੀ ਰੂਪ ਭਾਵ ਗੁਰੂ ਤੇ ਪਰਮੇਸ਼ਰ ਨੂੰ ਇੱਕ ਰੂਪ ਜਾਣ ਕੇ ਮੰਨਣਾ ਚਾਹੀਦਾ। ਨਿਆਣਿਆਂ ਨੂੰ ਤਾਂ ਆਪਾਂ ਚੁੰਮਦੇ ਚੱਟਦੇ ਨਹੀਂ, ਠੱਕਦੇ, ਉਹਨਾਂ ਦਾ ਗੂੰ ਮੂਤ ਧੋਂਦੇ ਆ, ਮੈਨੂੰ ਮਾਫ ਕਰਨਾ। ਤੇ ਸੰਤਾਂ ਨੂੰ ਕਹਿੰਦੇ ਆ ਵੀ ਇਹ ਸਾਡੇ ਅੱਖੀਂ ਨਾ ਦੇਖਣ, ਇਹ ਤਾਂ ਮਾੜੇ ਨਹੀਂ ਜੀ, ਇਹ ਤਾਂ ਐ ਨਹੀਂ ਜੀ, ਇਉਂ ਜੀ। ਇਸ ਗੱਲ ਦਾ ਕੋਈ ਜਵਾਬ ਦੇਵੇ। ਜਿਹੜੇ ਕਾਰ ਸੇਵਾ ਵਾਲੇ ਗੁਰਦੁਆਰੇ ਬਣਾਉਂਦੇ ਨੇ, ਸਾਡੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਮੈਂ 15 ਸਾਲ ਸੰਤਾਂ ਦੇ ਚਰਨਾਂ 'ਚ ਰਿਹਾ। ਉਹਨਾਂ ਪੈਸਾ ਰੁਪਈਆ ਸਾਥੋਂ ਦਾ ਕੀ ਲੈਣਾ, ਸਾਨੂੰ ਦਿੰਦੇ ਰਹੇ ਨੇ ਆਪ। ਜਿਹੜੀ ਬਖਸ਼ਿਸ਼ ਕੀਤੀ ਉਹ ਤਾਂ ਵੱਖਰੀ, ਤੇ ਕੱਪੜਾ ਲੀੜਾ ਰੋਟੀ ਪਾਣੀ ਮਾਇਆ ਧੇਲਾ ਮੈਂ ਵੇਖਿਆ ਅੱਖਾਂ ਦੇ ਨਾਲ। ਉਹਨਾਂ ਮਹਾਂਪੁਰਖਾਂ ਵਿਆਹ ਨਹੀਂ ਸੀ ਕਰਾਇਆ। ਇੱਕ ਵਾਰ ਆਪਦੇ ਘਰ ਸਾਨੂੰ ਲੈ ਕੇ ਚਲੇ ਗਏ, ਘਰ ਦੀਆਂ ਮੰਜਾ ਢਾਇਆ, ਚੌਂਕੜਾ ਮਾਰ ਕੇ ਬੈਠ ਗਏ। ਆਓ ਜੀ, ਜੀ ਆਏ ਬਾਬਾ ਜੀ। ਕਹਿੰਦੇ ਬਾਬਾ ਜੀ ਨਹੀਂ, ਕੋਈ ਇੱਧਰ ਲਿਆਓ, ਠੇਕਾ ਲੈ ਕੇ ਆਓ ਪੈਲੀ ਦਾ। ਕਿੰਨਾ ਮੇਰਾ ਠੇਕਾ ਬਣਦਾ? ਤੇ ਕਹਿੰਦੇ ਬਾਬਾ ਜੀ ਸਾਡੇ ਨਿੱਕੇ ਨਿੱਕੇ ਨਿਆਣੇ ਨੇ, ਤੁਹਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ, ਤੇ ਪਰਿਵਾਰ ਦਾ ਗੁਜ਼ਾਰਾ ਐਸਾ ਵੈਸਾ ਹੀ ਹੈ, ਕਿਸਾਨਾਂ ਕੋਲ ਕਿੱਥੇ ਬਹੁਤਾ ਕੁਛ ਹੁੰਦਾ, ਤੇ ਤੁਸੀਂ ਸਾਡੇ 'ਤੇ ਕਿਰਪਾ ਹੀ ਕਰੋ। ਕਹਿੰਦੇ ਹੈ 7 ਬਗਾਨੇ ਜਿਹੜੇ ਮੈਨੂੰ ਜਾਣਦੇ ਨਹੀਂ, ਉਹ ਮੈਨੂੰ ਮਾਇਆ ਦਿੰਦੇ ਨੇ। ਕਿੰਨੇ ਨਿਆਣੇ ਨੇ? ਲਿਆਓ ਦਿਖਾਓ। 2 2 4 4 5 7 ਸਾਰੇ ਟੱਬਰ ਦੇ ਹੋਣਗੇ, 2 3 ਭਰਾਵਾਂ ਦੇ। ਤਾਂ ਮੇਰੇ ਵੇਖ ਲਓ ਕਿੰਨੇ ਨਿਆਣੇ ਨੇ। 500 ਬੱਚਾ ਮੇਰਾ, 500 ਮੇਰੀ ਜੇਬ 'ਚੋਂ ਇਹਨਾਂ ਦਾ ਖਰਚਾ ਜਾਂਦਾ। ਚੁੱਪ ਕਰਕੇ ਠੇਕਾ ਰੱਖੋ, ਮੇਰੇ ਸਾਹਮਣੇ ਦੀ ਗੱਲ। ਰੁਪਈਆ 40,000 ਉਹਨਾਂ ਦਿਨਾਂ ਦੇ ਵਿੱਚ ਘਰਦਿਆਂ ਦੇ ਗਲ 'ਚ ਗੋਠ ਦੇ ਕੇ ਲਿਆਂਦਾ। ਜਥੇਦਾਰ ਨੂੰ ਲਿਆ ਕੇ ਫੜਾਇਆ, ਆਖਿਆ ਵੀ ਇਹ ਮੇਰੀ ਪੈਲੀ ਦਾ ਠੇਕਾ ਹੈ, 1 ਵੀ ਰੁਪਈਆ ਤੋ ਜਿਹੜਾ ਹੈ ਇਹਨੂੰ ਜਮ੍ਹਾਂ ਨਹੀਂ ਕਰਨਾ, ਲੰਗਰ 'ਚ ਲੈ ਜਾਓ। ਤੇ ਉਹ 7 ਦਿਨ ਲਗਾਤਾਰ ਦਹੀਂ ਚੌਲਾਂ ਦਾ ਲੰਗਰ ਚੱਲਿਆ। ਮੈਂ ਪੁੱਛਿਆ ਵੀ ਇਹ ਕਿਹਦੇ ਵੱਲੋਂ ਹੈ? ਅਰਦਾਸ ਤਾਂ ਹੋਈ ਨਹੀਂ। ਕਹਿੰਦੇ ਬਾਬਾ ਜੀ ਦੀ ਪੈਲੀ ਦਾ ਠੇਕਾ ਆਇਆ ਹੈ। ਲਗਾਤਾਰ 7 ਦਿਨ ਸਿੰਘਾਂ 'ਚ। ਕਹਿੰਦੇ ਵੀ ਇਹਨਾਂ ਪੈਸਿਆਂ ਨੂੰ ਦੁਕਾਨ 'ਤੇ ਲਿਜਾ ਕੇ ਕੱਪੜਾ ਮੇਰੇ ਲਈ ਖਰੀਦੋ, ਝੋਲੇ ਇਹ ਪੈਸਿਆਂ ਦੇ ਬਣਾਉਣੇ ਨੇ, ਤੇ ਜੋ ਵੀ ਆਪਦਾ ਮਾਇਆ ਤੇਲਾ ਕਹਿਣਾ ਵੀ ਇਹ ਜਮ੍ਹਾਂ ਟਰੰਕ 'ਚ ਕਰ ਲਓ, ਜੋ ਸਿੰਘਾਂ ਦੇ ਖਰਚੇ ਲਈ ਵਰਤੋ। ਤੇ ਜਦ ਮੱਥਾ ਟੇਕਣਾ 10 ਰੁਪਈਏ, ਕਦੀ ਮੈਨੂੰ ਕਹਿਣਾ ਵੀ ਲਿਆ ਕੋਈ ਹੈ ਪੈਸਾ, ਕਦੀ ਕਿਸੇ ਨੂੰ ਕਹਿਣਾ ਵੀ ਮਾਇਆ ਹੈਗੀ ਮੱਥਾ ਟੇਕਣ ਲਈ। ਮਤਲਬ ਆਪਦੀਆਂ ਬੋਝੀਆਂ ਖਾਲੀ ਰਹਿੰਦੀਆਂ। ਐਸੇ ਸੰਤਾਂ ਸਾਧੂਆਂ ਨੂੰ ਸਾਧ ਸੰਗਤ ਜੀਓ
ਕੋਟਾਨ ਕੋਟ ਵਾਰ ਨਮਸਕਾਰ ਹੈ, ਜਿਨ੍ਹਾਂ ਨੇ ਆਪਦੀ ਜ਼ਿੰਦਗੀ ਨੂੰ ਗੁਰੂ ਘਰ ਲਈ ਸਮਰਪਿਤ ਕੀਤਾ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਿਉਂ ਘਰ ਛੱਡਿਆ ਜਥੇ ਦੀ ਸੇਵਾ 'ਚ ਰਹੇ, ਤੋ ਇੱਕ ਵੀ ਨਵਾਂ ਪੈਸਾ ਘਰਦਿਆਂ ਨੂੰ ਨਹੀਂ ਦਿੱਤਾ। ਉਹ ਕੱਚੇ ਹੀ ਕੋਠੇ ਰਹੇ। ਮੈਂ ਉਹਨਾਂ ਦੇ ਘਰ ਜਾਂਦਾ ਰਿਹਾ, ਉਹ ਪਿੰਡ ਵਾਲੇ ਕੋਠੇ ਕੱਚੇ ਹੀ ਰਹੇ। ਉਹਨਾਂ ਤੋਂ ਬਾਅਦ ਵਿੱਚ ਢਾਹ ਕੇ ਤੇ ਪੱਕਾ ਆਮ ਮਕਾਨ ਬਣਾਇਆ, ਕੋਈ ਹੋਰ ਬਹੁਤਾ ਵੱਡਾ ਚੌੜਾ ਲੰਮਾ ਚੌੜਾ ਨਹੀਂ। ਕਿਸੇ ਨੇ ਆਖਿਆ ਬਾਬਾ ਜੀ ਤੁਹਾਡੇ ਕੋਲ ਇੰਨੇ ਪੈਸੇ ਨੇ, ਤੁਸੀਂ ਆਪਦਾ ਘਰ ਤਾਂ ਬਣਾ ਲਓ। ਵੀ ਸੰਗਤ ਤੁਹਾਡਾ ਇੰਨਾ ਸਤਿਕਾਰ ਕਰਦੀ ਹੈ, ਇੰਨੇ ਪੈਸੇ ਦਿੰਦੀ ਹੈ। ਤੋ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ, ਗੁਰਮੁਖਾ ਜਿੱਦਣ ਘਰ ਬਣਾ ਲਿਆ ਉਸੇ ਦਿਨ ਹੀ ਸੰਗਤਾਂ ਨੇ ਪੈਸੇ ਦੇਣੋਂ ਹਟ ਜਾਣਾ ਤੇ ਸਤਿਕਾਰ ਘਟ ਜਾਣਾ। ਇਹ ਸਤਿਕਾਰ ਉਹਨਾਂ ਚਿਰ ਹੀ ਆ ਜਿੰਨਾ ਚਿਰ ਮੈਂ ਆਪਦੇ ਘਰ 'ਚ ਨਹੀਂ ਵਰਤਦਾ। ਐਸਾ ਮਹਾਂਪੁਰਖਾਂ ਦਾ ਜੀਵਨ ਸੀਗਾ। ਤੋ ਮਾਤਾ ਪ੍ਰੀਤਮ ਕੌਰ ਉਹਨਾਂ ਦੇ ਘਰੋਂ ਮੈਂ ਉਹਨਾਂ ਨਾਲ ਬਚਨ ਕਰਦੇ ਰਿਹਾ। ਮੈਂ ਕਿਹਾ ਵੀ ਕਿਵੇਂ ਸਰਦਾ? ਕਹਿੰਦੇ ਵੀ ਬਾਬਾ ਠਾਕੁਰ ਸਿੰਘ ਸਾਹਿਬ ਸਾਡੀ ਲੋੜ ਪੂਰੀ ਕਰਦੇ। ਸੰਤ ਜੀ ਮਹਾਰਾਜ ਤਾਂ ਨਿਗਾਹ ਭਰ ਕੇ ਤੱਕਦੇ ਵੀ ਨਹੀਂ ਸਨ। ਸੰਗਤ 'ਚ ਬਹਿ ਕੇ ਆ ਜਾਈਦਾ ਤੇ ਬਚਨ ਬਿਲਾਸ ਜੋ ਕਰਦੇ ਸੁਣਦੇ, ਦਰਸ਼ਨ ਮੇਲੇ ਪਾਉਂਦੇ, ਬਾਕੀ ਹੋਰ ਵਿਸ਼ੇਸ਼ ਬਚਨ ਕੋਈ ਨਹੀਂ ਸੀਗਾ। ਐਸੇ ਮਹਾਂਪੁਰਖਾਂ ਨੂੰ ਕੋਟਾਨ ਕੋਟ ਵਾਰ ਨਮਸਕਾਰ ਹੈ। ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹੀ ਹੈ, ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਨੀ ਹੈ। ਪਰ ਜਿਹੜੇ ਬਾਣੀ ਪੜ੍ਹਨ ਦੀ ਜਾਚ ਦੱਸਦੇ ਨੇ, ਬਾਣੀ ਦੀ ਕਥਾ ਸਿਖਾਉਂਦੇ ਨੇ, ਬਾਣੀ ਦੇ ਕੀਰਤਨ ਵੱਲ ਆਉਂਦੇ ਨੇ, ਗੁਰੂ ਘਰ ਦੀ ਸੇਵਾ ਕਿਵੇਂ ਕਰਨੀ ਹੈ, ਰੋਟੀਆਂ ਕਿਵੇਂ ਪਕਾਉਣੀਆਂ, ਲੰਗਰ ਕਿਵੇਂ ਵਰਤਾਉਣਾ ਹੈ, ਸੰਗਤ ਦੇ ਵਿੱਚ ਬੋਲਣਾ ਕਿਵੇਂ ਹੈ, ਰਹਿਣਾ ਕਿਵੇਂ ਹੈ, ਬਹਿਣਾ ਕਿਵੇਂ ਹੈ। ਜਿਸ ਮਾਂ ਨੇ ਨਲੀ ਪੂੰਝਣੀ ਤੇ ਆਪਦੇ ਹੱਥ ਗੰਦੇ ਕਰਕੇ ਬਸਤਰ ਧੋਤੇ, ਸਾਧ ਸੰਗਤ ਜੀ ਉਹ ਮਾਂ ਨੂੰ ਕਦੀ ਬੰਦਾ ਭੁੱਲ ਸਕਦਾ? ਇਹ ਸਾਧੂ ਸੰਤ ਜਿਹੜੇ ਗੁਰਸਿੱਖਾਂ ਨੂੰ ਸੇਵਾ ਸੰਭਾਲ ਦਿੰਦੇ ਨੇ, ਭਗਤ ਪੂਰਨ ਸਿੰਘ ਜੀ ਵਰਗੇ ਮਹਾਂਪੁਰਖ। ਵੇਖੋ ਪਿੰਗਲਵਾੜਾ ਚੱਲ ਰਿਹਾ, ਕਿੰਨੀ ਮਹਾਨ ਸੇਵਾ ਇਹਨਾਂ ਸੰਤਾਂ ਦੀ। ਉਹ ਮਾਤਾ ਪਿਤਾ ਦੀ ਤਰ੍ਹਾਂ ਹੈ। ਤੇ ਇਸ ਵਾਸਤੇ ਗੁਰੂ ਸਾਹਿਬ ਦਾ ਮਾਲਕ ਨੇ ਇਸ ਘਰ ਦੇ। ਤੇ ਪਰ ਜਿਵੇਂ ਜਿਹੜਾ ਮਾਲੀ ਹੁੰਦਾ ਹੈ, ਸਿੰਚਨ ਹਾਰ ਹੈ ਇੱਕ ਹੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਉਹਨੇ ਆਪਦੇ ਅੱਗੇ ਸੇਵਕ ਰੱਖੇ ਹੁੰਦੇ ਨੇ ਪਾਣੀ ਧਾਣੀ ਲਾਉਣ ਲਈ। ਇਹ ਜਿਹੜੇ ਸਾਧੂ ਸੰਤ ਨੇ ਬੂਟਿਆਂ ਨੂੰ ਪਾਣੀ ਪਾਉਣ ਵਾਲੇ ਨੇ, ਜਿਸ ਦੇ ਨਾਲ ਸਿੱਖੀ ਦਾ ਬੂਟਾ ਪ੍ਰਚਾਰ ਕਰਕੇ ਸੇਵਾ ਸਿਮਰਨ ਕਰਕੇ ਪ੍ਰਫੁੱਲਤ ਹੋ ਰਹੀ ਹੈ। ਇਸ ਲਈ ਇਹਨਾਂ ਦੀ ਵਿਸ਼ੇਸ਼ ਜਗ੍ਹਾ ਵਿਸ਼ੇਸ਼ ਸਥਾਨ ਹੈ। ਗੁਰੂ ਤਾਂ ਸ੍ਰੀ ਗੁਰੂ ਨਾਨਕ ਦੇਵ ਔਰ ਗੁਰੂ ਅੰਗਦ ਦੇਵ ਜੀ ਹਨ, ਜਿਨ੍ਹਾਂ ਸ੍ਰਿਸ਼ਟੀ ਪੈਦਾ ਕੀਤੀ ਹੈ। ਗੁਰੂ ਨੂੰ ਉਹੀ ਰੂਪ, ਗੁਰੂ ਤੇ ਪਰਮੇਸ਼ਰ ਇੱਕ ਕਰਕੇ ਮੰਨਣਾ ਚਾਹੀਦਾ। ਕੁਸਾਲ ਜਿਵਾਹੀ ਸਾਲੀ, ਜਿਹੜੇ ਗੁਰਾਂ ਦੇ ਅਨੁਸਾਰੀ ਭਾਵ ਗੁਰੂ ਅੰਗਦ ਦੇਵ ਜੀ ਨੇ, ਤੇ ਜੋ ਵੀ ਅਨੁਸਾਰੀ ਭਾਵ ਆਗਿਆ ਨਾ ਮੰਨਣ ਵਾਲੇ ਬਾਬਾ ਸ੍ਰੀ ਚੰਦ ਜੀ ਲਖਮੀ ਦਾਸ ਜੀ ਹਨ। ਧਰਮ ਰਾਏ ਹੈ ਦੇਵਤਾ, ਇਸੇ ਪ੍ਰਕਾਰ ਕੁਸਾਲ ਜਿਵਾਹੀ ਸਾਲੀ। ਜਿਵਾਹੇ ਤੇ ਚੌੜਾ ਧਾਨ ਵਿੱਚੋਂ ਕੋ ਕਿਹੜਾ ਸਾਲ ਉੱਤਮ ਹੈ? ਭਾਵ ਗੁਰੂ ਅੰਗਦ ਦੇਵ ਜੀ ਧਾਨ ਹਨ ਤੇ ਪੁੱਤਰ ਜਿਵਾਹੇ ਨੇ। ਅਰਥਾਤ ਸਿੱਖਾਂ ਦੀ ਪਰਖ ਕਰਨ ਤੋਂ ਚੌਲ ਦੀ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਨਿਕਲੇ, ਤੇ ਬਚਨ ਨਾ ਮੰਨਣ ਵਾਲੇ ਜਿਵਾਹੀ ਦੀ ਤਰ੍ਹਾਂ ਗੁਰੂ ਕੇ ਸਾਹਿਬਜ਼ਾਦੇ ਨਿਕਲੇ। ਧਰਮ ਰਾਏ ਹੈ ਦੇਵਤਾ, ਜੋ ਧਰਮ ਰਾਜਾ ਇਨਸਾਫ ਕਰਨ ਵਾਲਾ ਦੇਵਤਾ ਹੈ। ਲੈ ਗੱਲਾਂ ਕਰੀ ਦਲਾਲੀ, ਉਹ ਤਿੰਨ ਅਨੁਸਾਰੀ ਬੇਅਨੁਸਾਰੀ ਦੀਆਂ ਜਾਂ ਸਤਿਗੁਰਾਂ ਦੇ ਹੁਕਮ ਕਮਾਉਣ ਦੀਆਂ ਗੱਲਾਂ ਲੈ ਕੇ ਭਾਵ ਸੁਣ ਕੇ ਦਲਾਲੀ ਮਤਲਬ ਨਿਆਂ ਕਰਦਾ ਹੈ, ਜਾਂ ਦਲੀਲਾਂ ਅਨੁਸਾਰ ਗੱਲਾਂ ਸੁਣ ਕੇ ਫੈਸਲਾ ਕਰਦਾ ਹੈ। ਇਸੇ ਪ੍ਰਕਾਰ ਧਰਮ ਰਾਈ ਹੈ ਦੇਵਤਾ, ਸ੍ਰੀ ਗੁਰੂ ਅੰਗਦ ਦੇਵ ਜੀ ਧਰਮ ਦਾ ਰਾਜਾ ਅਤੇ ਧਰਮ ਦਾ ਦੇਵਤਾ ਹੈ। ਬੈ ਗੱਲਾਂ ਕਰੇ ਦਲਾਲੀ, ਜੋ ਸਿੱਖਾਂ ਦੀਆਂ ਗੱਲਾਂ ਲੈ ਕੇ ਭਾਵ ਸੁਣ ਕੇ ਪ੍ਰਭੂ ਨਾਲ ਮਿਲਾਉਣ ਦੀ ਵਿਚੋਲਗੀ ਕਰਦਾ ਹੈ। ਸਤਿਗੁਰ ਆਖੈ ਸੱਚਾ ਕਰੇ, ਜਿਸ ਦੇ ਬਾਰੇ ਸੱਚਾ ਗੁਰੂ ਆਖਣਾ ਕਰੇਗਾ ਉਸ ਨੂੰ ਧਰਮ ਰਾਜਾ ਵੀ ਪਰਲੋਕ ਦੇ ਵਿੱਚ ਸੱਚਾ ਕਰਦਾ ਹੈ। ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਭਾਵੇਂ ਉਹ ਚੋਰ ਹੋਵੇ ਤੇ ਭਾਵੇਂ ਉਹ ਸਾਧ ਹੋਵੇ
ਤੇ ਭਾਵੇਂ ਉਹਦੇ 'ਚ ਹਜ਼ਾਰਾਂ ਹੀ ਔਗਣ ਹੋਣ, ਜਿਹਨੂੰ ਮਹਾਰਾਜ ਨੇ ਕਹਿ ਦਿੱਤਾ ਵੀ ਇਹ ਸਾਡਾ ਸਿੱਖ ਹੈ, ਇਹਨੂੰ ਹੱਥ ਨਹੀਂ ਲਾਉਣਾ, ਇਹਦੇ ਵੱਲ ਵੇਖਣਾ ਨਹੀਂ, ਤੇ ਉਹਨੂੰ ਧਰਮ ਰਾਜਾ ਨਹੀਂ ਪੁੱਛ ਸਕਦਾ। ਧੰਨ ਬਾਬਾ ਵਿਧੀ ਚੰਦ ਜੀ ਵੇਖੋ ਕੈਸਾ ਜੀਵਨ ਸੀਗਾ, ਗੁਰੂ ਮਹਾਰਾਜ ਨੇ ਕਿਰਪਾ ਕਰ ਦਿੱਤੀ। ਭਾਈ ਪੁਰਾਣਾ ਜੀ ਤੋ ਜਿਨ੍ਹਾਂ ਨੇ ਭਾਈ ਲੱਖੂ ਦੇ ਉੱਪਰ ਕਿਰਪਾ ਕੀਤੀ। ਫਿਰ ਇੱਕ ਸ਼ਾਹੂਕਾਰ ਸੀਗਾ, ਉਹ ਗੁਰਦੁਆਰੇ ਵੀ ਨਹੀਂ ਆਇਆ। ਧੰਨ ਬਾਬਾ ਵਿਧੀ ਚੰਦ ਜੀ ਬ੍ਰਹਮ ਗਿਆਨੀ ਇਹੋ ਜਿਹੇ ਜੀਵਨ ਵਾਲੇ ਬਣ ਗਏ, ਸੁੰਦਰ ਸ਼ਾਹ ਫਕੀਰ ਨੂੰ ਬਾਰੇ ਬਾਰੀ ਤਾਰਤਾ, ਬਾਰੇ ਬਾਰੀ। ਬਾਬੇ ਵਿਧੀ ਚੰਦ ਨੇ ਯੂਪੀ ਦੇ ਵਿੱਚ ਸੀਗੇ, ਪ੍ਰਚਾਰ ਕਰਨ ਜਦ ਗਏ, ਉਹ ਸੁੰਦਰ ਸ਼ਾਹ ਯੂਪੀ ਦਾ ਸੀਗਾ, ਉਹ ਅੰਮ੍ਰਿਤਸਰ ਨਹੀਂ ਆਇਆ, ਮਹਾਰਾਜ ਨੂੰ ਨਹੀਂ ਉਹਨੇ ਦੇਖਿਆ। ਬਿਨਾਂ ਅੰਮ੍ਰਿਤ ਛਕਣ ਤੋਂ, ਬਿਨਾਂ ਗੁਰਦੁਆਰੇ ਆਉਣ ਤੋਂ ਬਾਬਾ ਜੀ ਦੀ ਕਿਰਪਾ ਨਾਲ ਉਹੀ ਤਰ ਗਿਆ। ਧਰਮਰਾਜ ਨੂੰ ਕਹਿਤਾ ਵੀ ਇਹ ਸਾਡਾ ਬੰਦਾ ਹੈ। ਗੁਰੂ ਜੀ ਨੇ ਤਾਂ ਕਹਿਣਾ, ਗੁਰੂ ਦੇ ਸਿੱਖਾਂ ਦੀ ਸਿਫਾਰਿਸ਼ ਵੀ ਚੱਲਦੀ ਹੈ। ਤੇ ਭਾਈ ਪੁਰਾਣਾ ਜੀ ਨੇ ਇੱਕ ਸ਼ਾਹੂਕਾਰ ਨੂੰ, ਜਿਹੜਾ ਸਾਰੀ ਉਮਰ ਕੋਈ ਚੰਗਾ ਕਰਮ ਨਹੀਂ ਕੀਤਾ, ਕੋਈ ਪਾਠ ਪੂਜਾ ਨਾਮ ਅਭਿਆਸ ਨਹੀਂ ਸੀ, ਇੱਕ ਸੁਖਮਨੀ ਸਾਹਿਬ ਦਾ ਪਾਠ ਸੁਣਾ ਕੇ ਉਹਨੂੰ ਵੀ ਧਰਮਰਾਜੇ ਤੋਂ ਛਡਾਤਾ। ਤੋ ਇਸ ਤਰ੍ਹਾਂ ਗੁਰੂ ਘਰ ਦੀ ਸਿਫਾਰਿਸ਼ ਧਰਮਰਾਜੀ ਕੋਲ ਵੀ ਚੱਲਦੀ ਹੈ। ਧਰਮਰਾਈ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝ। ਕਿਸੇ ਦੀ ਸਿਫਾਰਿਸ਼ ਪਾਉਣੀ ਹੋਵੇ ਤਾਂ ਉਹਨੂੰ ਮਿਲਣਾ ਪੈਂਦਾ ਹੈ, ਉਹਦੇ ਨਾਲ ਪਹਿਚਾਣ ਬਣਾਉਣੀ ਪੈਂਦੀ ਹੈ। ਜਿੰਨਾ ਚਿਰ ਤੁਹਾਨੂੰ ਕੋਈ ਜਾਣਦਾ ਨਹੀਂ, ਪਹਿਚਾਣਦਾ ਨਹੀਂ, ਉਹ ਤੁਹਾਡੀ ਸਿਫਾਰਿਸ਼ ਕੀ ਕਰੇਗਾ। ਇਸ ਲਈ ਗੁਰੂ ਘਰ ਸਵੇਰ ਸ਼ਾਮ ਆਉਣਾ ਲਾਜ਼ਮੀ ਹੈ। ਹਫ਼ਤੇ ਬਾਅਦ ਸ਼ਨੀ ਐਤਵਾਰ ਛੁੱਟੀ ਵਾਲੇ ਦਿਨ, ਸੰਗਰਾਂਦ, ਮੱਸਿਆ, ਜਦੋਂ ਵੀ ਸਮਾਂ ਮਿਲੇ ਗੁਰੂ ਘਰ ਨਾਲ ਆਪ ਦੀ ਪਹਿਚਾਣ ਬਣਾਈਏ। ਜਪ ਨਿਸ਼ਾਨ, ਨਿਸ਼ਾਨ ਦਾ ਮਤਲਬ ਹੈ ਆਇਡੈਂਟੀਫਿਕੇਸ਼ਨ, ਪ੍ਰੂਫ, ਜਾਣ ਪਹਿਚਾਣ ਦਾ ਪੱਤਰ, ਆਇਡੈਂਟੀ ਕਾਰਡ, ਜਿਹਦੇ ਨਾਲ ਤੁਹਾਡੀ ਪਹਿਚਾਣ ਬਣਦੀ ਹੈ। ਤੁਸੀਂ ਕਿਤੇ ਦਿਖਾਓ, ਕਿਸੇ ਬਿਲਡਿੰਗ 'ਚ ਜਾਣਾ ਹੋਵੇ, ਕਿਸੇ ਵੀ ਜਗ੍ਹਾ 'ਤੇ ਜਾਣਾ ਹੋਵੇ, ਉਹ ਪ੍ਰੂਫ ਦੇਖਦੇ ਨੇ। ਅੱਜ ਕੱਲ੍ਹ ਆਧਾਰ ਕਾਰਡ ਚੱਲਦਾ, ਤੇ ਗੁਰੂ ਘਰ ਦਾ ਜਪ ਨਿਸ਼ਾਨ ਆਇਡੈਂਟੀਫਿਕੇਸ਼ਨ ਪ੍ਰੂਫ ਹੈ। ਸੋ ਧਰਮ ਰਾਜਾ ਕਹਿੰਦਾ ਵੀ ਤੂੰ ਸਿੱਖ ਹੈ? ਕਹਿੰਦੇ ਜੀ ਹਾਂ। ਚੱਲ ਜਪਜੀ ਸਾਹਿਬ ਸੁਣਾ। ਜੇ ਤਾਂ ਜਪਜੀ ਸਾਹਿਬ ਸੁਣਾਤਾ ਫਿਰ ਤਾਂ ਚਲੋ ਭਾਈ ਸਵਰਗਾਂ ਨੂੰ ਜਾਂ ਉੱਪਰ ਨੂੰ, ਤੇ ਨਰਕਾਂ ਨੂੰ ਸੋ ਉਹਦਾ ਰਸਤਾ ਕੱਟਿਆ ਗਿਆ, ਨਰਕਾਂ ਦੇ ਦੁੱਖ ਤੋਂ ਵਿਹਲੇ ਹੋ ਗਏ। ਜੇ ਨਹੀਂ ਸੁਣਾਇਆ ਫਿਰ ਤੁਸੀਂ ਸਿੱਖ ਆਦੇ ਹੋ। ਸਿੱਖ ਦੀ ਨਿਸ਼ਾਨੀ ਕੀ ਹੈ? ਨਿਸ਼ਾਨ ਦਾ ਮਤਲਬ ਨਿਸ਼ਾਨੀ, ਪਹਿਚਾਣ, ਉਹ ਹੈ ਜਪ। ਜੇ ਜਪ ਪੜੋਗੇ, ਜ਼ਬਾਨੀ ਯਾਦ ਕਰੋਗੇ, ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ। ਮੈਂ ਤਾਂ ਇਹ ਵੀ ਪੜ੍ਹਿਆ ਵੀ ਭਾਈ ਮੰਝ ਸੱਚਖੰਡ ਦਾ ਪਹਿਰੇਦਾਰ ਹੈ, ਬਰੂਹਾਂ 'ਚ ਖੜਾ, ਅੰਦਰ ਉਹਨੂੰ ਲੰਘਣ ਦਿੰਦਾ ਜਿਹਨੂੰ ਜਪਜੀ ਸਾਹਿਬ ਜ਼ਬਾਨੀ ਯਾਦ ਹੋਵੇ, ਸੁਣ ਕੇ ਅੰਦਰ ਲੰਘਾਉਂਦਾ। ਕਿਉਂਕਿ ਗੁਰਦੁਆਰੇ ਦੀ ਨਿਸ਼ਾਨੀ ਇਹ ਗੁਰਬਾਣੀ ਦਾ ਪਾਠ। ਜੇ ਪਾਠ ਨਹੀਂ ਆਉਂਦਾ ਤੇ ਫਿਰ ਤੁਹਾਡੀ ਨਿਸ਼ਾਨੀ ਕੀ ਹੈ ਵੀ ਤੁਸੀਂ ਸਿੱਖ ਹੋ। ਇੱਕ ਵਾਰ ਮੈਨੂੰ ਯਾਦ ਹੈ, ਰਾਗੀ ਭਾਈ ਤਾਰ ਬਲਬੀਰ ਸਿੰਘ ਜੀ ਸੱਚਖੰਡ ਹਰਿਮੰਦਰ ਸਾਹਿਬ ਤੋਂ ਆਪ ਕੀਰਤਨ ਸਰਵਣ ਕਰਦੇ ਹੋ। ਕਈ ਵਾਰ ਆਸਾ ਦੀ ਵਾਰ ਵੀ ਹੁੰਦੀ ਹੈ, ਅਸੀਂ ਇਕੱਠੇ ਰਾਗੀ ਪੂਰਨ ਸਿੰਘ ਕੋਲ ਸਿੱਖਦੇ ਰਹੇ ਹਾਂ। ਤੇ ਉਹਨਾਂ ਦੀ ਡਿਊਟੀ ਲੱਗ ਗਈ ਗਰਾਈ ਤੇ। ਤਰਨਤਾਰਨ ਦੇ ਇਲਾਕੇ ਕੰਗਾਂ ਦੇ ਆਸ-ਪਾਸ ਦੀ ਗੱਲ ਹੈ। ਜੀਪ ਦੇ ਉੱਪਰ ਬੈਠੇ ਹੋਏ ਸੀ ਬੋਰੀਆਂ ਲੈ ਕੇ, ਤੇ ਬੋਰੀਆਂ ਵੰਡ ਰਹੇ ਸੀ ਸ਼ਰਧਾਲੂ ਪ੍ਰੇਮੀ ਗੁਰਮੁਖਾਂ ਦੇ ਘਰ। ਉਹ ਟਾਈਮ ਉਹੋ ਜਿਹਾ ਸੀਗਾ, ਬੜੀਆਂ ਤੱਤੀਆਂ ਹਵਾਵਾਂ ਚੱਲਦੀਆਂ ਸੀਗੀਆਂ। ਉਹ ਪੁਲਿਸ ਵਾਲਿਆਂ ਘੇਰ ਲਿਆ, ਕਹਿੰਦੇ ਇੱਧਰ ਆਓ, ਤੁਸੀਂ ਦਿਨੇ ਨਿਸ਼ਾਨਦੇਹੀ ਕਰਕੇ ਰਾਤ ਨੂੰ ਗੰਨਾ ਲੈ ਕੇ ਖਾੜਕੂਪਣਾ ਕਰਦੇ ਹੋ, ਇੱਧਰ ਆਓ। ਚਲੋ ਬਾਹਾਂ ਖੜੀਆਂ ਕਰੋ, ਬਾਹਾਂ ਬੰਨੋ ਇਹਨਾਂ ਦੀਆਂ, ਮਾਰੋ ਡੰਡੇ ਇਹਨਾਂ ਦੇ, ਚਲੋ ਪੁੱਠੇ ਟੰਗੋ। ਮਾਲ ਮੰਡੀ ਇੰਟਰੋਗੇਸ਼ਨ ਸੈਂਟਰ ਬਣਾਇਆ ਸੀ। ਉਹ ਰਾਗੀ ਤਾਰ ਬਲਬੀਰ ਸਿੰਘ ਕਹੇ ਵੀ ਮੈਂ ਤਾਂ ਘਬਰਾ ਗਿਆ, ਮੈਂ ਤਾਂ ਕੰਬੀ ਜਾਵਾਂ। ਤੇ ਆਖਿਆ ਜੀ ਮਹਾਰਾਜ ਵੀ ਆਪਾਂ ਤਾਂ ਸਿੱਖਣ ਵਾਲੇ ਆ। ਕਹਿੰਦੇ ਕੀ ਸਿੱਖਦਾ ਦੱਸ? ਕਹਿੰਦੇ ਕੀਰਤਨ ਸਿੱਖਦੇ ਆ ਜੀ, ਪੰਜਾਂ ਪਿਆਰਿਆਂ 'ਚ ਲੱਗਦੇ ਆ। ਕਹਿੰਦੇ ਉਹਨਾਂ ਨੂੰ ਤਾਂ ਫਿਰ ਜਾਪ ਸਾਹਿਬ ਯਾਦ ਹੁੰਦਾ, ਚੱਲ ਜਾਪ ਸਾਹਿਬ ਸੁਣਾ। ਉਹ ਥਾਣੇਦਾਰ ਗੁਰਸਿੱਖ ਸੀਗਾ, ਤੇ ਕਹਿੰਦਾ ਮੈਂ ਜਾਪ ਸਾਹਿਬ ਸੁਣਾਇਆ ਜ਼ਬਾਨੀ। ਉਹਨੇ ਸੁਣਿਆ, ਨਮਸਤੁ ਕਾਲੇ ਨਮਸਤੁ ਕਿਰਪਾਲੇ। ਕਹਿੰਦੇ ਜਾ ਤੂੰ ਤਾਂ ਜਾ, ਤੂੰ ਪਾਸ ਹੋ ਗਿਆ। ਕਹਿੰਦੇ ਮੈਂ ਵੇਖਿਆ ਸੱਚਮੁੱਚ ਵੀ ਧਰਮਰਾਜੇ ਕੋਲ ਤਾਂ ਬਾਅਦ 'ਚ ਛਡਾਉਣਾ ਬਾਣੀ ਨੇ, ਇਹਨਾਂ ਜਮਦੂਤਾਂ ਤੋਂ ਵੀ ਪ੍ਰਤੱਖ ਛਡਾਇਆ। ਇੱਕ ਰਾਗੀ ਹੁੰਦਾ ਸੀ ਸਾਡੇ ਜੰਮੂ ਦਾ,
ਉਹ ਘੇਰਾ ਪਿਆ ਤੇ ਸਿੰਘਾਂ ਨੂੰ ਚੁੱਕ ਕੇ ਲੈ ਗਏ ਮਾਲ ਮੰਡੀ ਪੁੱਠੇ ਟੰਗ ਤੇ। ਉਹ ਕਹੇ ਮੇਰਾ ਸਾਹ ਸੁੱਕੀ ਜਾਏ, ਮੇਰੀ ਵੀ ਵਾਰੀ ਆ ਗਈ। ਤੇ ਮੈਂ ਕਿਹਾ ਵੀ ਮੈਂ ਤਾਂ ਰਾਗੀ ਹਾਂ ਜੀ, ਮੈਂ ਤਾਂ ਕੀਰਤਨ ਕਰਦਾ। ਹੈ ਤਾਂ ਸਾਰੇ ਸਿੰਘ ਹੀ ਸੀਗੇ, ਕੇਸਾ ਧਾਰੀ, ਪੁਲਿਸ ਵਾਲੇ ਵੀ ਕਿਹੜਾ ਬਗਾਨੇ ਸੀ। ਆਪਣਿਆਂ ਤੋਂ ਆਪਣਿਆਂ ਨੂੰ ਮਰਵਾਇਆ। ਇਹ ਰਾਜਨੀਤੀ ਹੁੰਦੀ ਹੈ, ਝਗੜਾ ਪਾ ਕੇ। ਤੋ ਉਹਨਾਂ ਆਵਾਜ਼ਾ ਲਿਆ ਤਾ, ਕਹਿੰਦੇ ਚੱਲ ਪੁੱਤ ਤੂੰ ਰਾਗੀ ਹੈ ਨਾ, ਕੀਰਤਨ ਸੁਣਾ। ਉਹਦੀ ਸੁਰੀਲੀ ਇੰਨੀ ਕਮਾਲ ਦੀ ਆਵਾਜ਼ ਸੀ। ਉਹਦਾ ਨਾਂ ਹੀ ਸਿੰਘਾਂ ਗੁਲਾਮ ਅਲੀ ਇਸ ਕਰਕੇ ਪਾਇਆ। ਉਹਨੇ ਵਾਜੇ ਦੇ ਹੱਥ ਰੱਖਿਆ ਤੇ ਮੰਗਲ ਕਰਦਿਆਂ ਸਾਰੀ ਉਹਨੇ ਜਾਨ ਕੱਢਦੀ। ਉਹ ਸਾਰੇ ਇੰਨੇ ਨਟਾਲ ਹੋ ਗਏ, ਕਹਿੰਦੇ ਧੰਨ ਹੈ ਵੀ ਧੰਨ, ਤੂੰ ਤਾਂ ਜਾ। ਕੀਰਤਨ ਸੁਣਾ ਕੇ ਕਹਿੰਦਾ ਮੈਂ ਬਚ ਗਿਆ, ਮੇਰਾ ਖਹਿੜਾ ਛੁੱਟਿਆ, ਮੇਰੀ ਨਹੀਂ ਤਾਂ ਜਾਨ ਜਾਣੀ ਸੀ। ਤੋ ਇਸ ਤਰ੍ਹਾਂ ਅਸਲੀ ਬੰਦੇ ਦਾ ਹੱਥ ਆਉਂਦੇ ਨਹੀਂ, ਉਹਨਾਂ ਨੂੰ ਤਾਂ ਪਤਾ ਹੀ ਹੁੰਦਾ। ਤੋ ਇਸ ਤਰ੍ਹਾਂ ਬੜਿਆਂ ਬੇਗੁਨਾਹਿਆਂ ਦਾ ਕਾਹਨ ਹੋਇਆ। ਗੁਰੂ ਸਾਹਿਬ ਕਿਰਪਾ ਕਰਨ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਹਾਂਜੀ ਪਿਆਰ ਨਾਲ ਸੁਣੋ। ਧਰਮ ਰਾਏ ਹੈ ਦੇਵਤਾ। ਜਿਹੜਾ ਧਰਮ ਰਾਜਾ ਹੈ ਉਹ ਤਾਂ ਧਰਮੀ ਬੰਦਿਆਂ ਵਾਸਤੇ ਧਰਮ ਰਾਜਾ ਹੈ, ਦੇਵਤਾ ਹੈ। ਜਿਹੜਾ ਪਾਪੀ ਬੰਦਾ ਹੈ ਉਹਨਾਂ ਵਾਸਤੇ ਉਹ ਯਮ ਹੈ, ਦੂਤ ਹੈ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਾਦਾਣੀਆਂ ਤੇ ਉਹ ਮਥੇ ਧਰਮ ਰਾਏ। ਲੈ ਗੱਲਾਂ ਕਰੀ ਦਲਾਲੀ। ਇਹੋ ਹੀ ਗੱਲਾਂ ਬਾਤਾਂ ਝੂਠ ਸੱਚ ਦੀਆਂ ਲੈ ਕੇ ਵੀ ਕਿਹੜਾ ਬੰਦਾ ਝੂਠ ਬੋਲਦਾ ਰਿਹਾ, ਕਿਹੜਾ ਸੱਚ ਬੋਲਦਾ ਰਿਹਾ। ਇਸ ਤਰ੍ਹਾਂ ਹੁਕਮ ਕਮਾਉਣ ਦੀਆਂ ਗੱਲਾਂ ਲੈ ਕੇ ਦਲੀਲਾਂ ਦੇ ਅਨੁਸਾਰ ਸੁਣ ਕੇ ਫੈਸਲਾ ਕਰਦਾ ਹੈ। ਇਸੇ ਪ੍ਰਕਾਰ ਧਰਮ ਰਾਏ ਹੈ ਦੇਵਤਾ। ਸ੍ਰੀ ਗੁਰੂ ਅੰਗਦ ਦੇਵ ਜੀ ਧਰਮ ਦਾ ਰਾਜਾ, ਧਰਮ ਦਾ ਦੇਵਤਾ ਹੈ। ਗੱਲਾਂ ਕਰੀ ਦਲਾਲੀ। ਜੋ ਸਿੱਖਾਂ ਦੀਆਂ ਗੱਲਾਂ ਲੈ ਭਾਵ ਸੁਣ ਕੇ ਪ੍ਰਭੂ ਨਾਲ ਮਿਲਾਉਣ ਦੀ ਵਿਚੋਲਗੀ ਕਰਦਾ ਹੈ। ਸਤਿਗੁਰ ਆਖੈ ਸੱਚਾ ਕਰੇ। ਜਿਸ ਦੇ ਬਾਰੇ ਸੱਚਾ ਗੁਰੂ ਕਹਿਣਾ ਕਰੇਗਾ, ਸਾ ਬਾਤ ਹੋਵੇ ਦਰਹਾਲੀ। ਉਸ ਨੂੰ ਧਰਮ ਰਾਜਾ ਵੀ ਪਰਲੋਕ ਦੇ ਵਿੱਚ ਸੱਚਾ ਕਰਦਾ ਹੈ। ਉਹੀ ਗੱਲ ਦਰਗਾਹ ਦੇ ਵਿੱਚ ਸ਼ੀਘਰ ਹੀ ਉਸੇ ਸਮੇਂ ਹੋ ਜਾਵੇਗੀ। ਗੁਰ ਅੰਗਦ ਦੀ ਦੋਹੀ ਫਰੀ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਾਰੀ ਦੁਨੀਆ ਵਿੱਚ ਜਸ ਰੂਪ ਦੁਹਾਈ ਫਿਰ ਰਹੀ ਹੈ। ਸੱਚ ਕਰਤਾ ਬਾਂਧੇ ਬਹਾਲੀ। ਸੱਚੇ ਕਰਤਾਰ ਨੇ ਸ੍ਰੀ ਗੁਰੂ ਨਾਨਕ ਸਰੂਪ ਹੋ ਕੇ ਮਰਿਆਦਾ ਨੂੰ ਬੰਨ ਕੇ ਬਹਾਲੀ ਅਸਥਿਤ ਕੀਤਾ ਹੈ। ਨਾਨਕ ਕਾਇਆ ਪਲਟ ਕਰ। ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਕਾਇਆ ਦੇਹ ਨੂੰ ਪਲਟਾ ਕੇ ਮਟਾ ਕੇ ਬਦਲ ਕੇ ਮਲ ਤਖਤ ਬੈਠਾ ਸੈ ਡਾਲੀ। ਸ੍ਰੀ ਗੁਰੂ ਅੰਗਦ ਦੇਵ ਰੂਪ ਹੋ ਕੇ ਸੈਂਕੜੇ ਸਿੱਖੀ ਸੇਵਕੀ ਰੂਪ ਡਾਲੀਆਂ ਦੇ ਸਹਿਤ ਜਾਂ ਕਰੁਣਾ ਮੈਤਰੀ ਮੁਦਤਾ ਰੂਪ ਸੈਂਕੜੇ ਹੀ ਟਾਹਣੀਆਂ ਦੇ ਸਹਿਤ ਗੁਰਤਾ ਗੱਦੀ ਤਖਤ ਨੂੰ ਮੱਲ ਕੇ ਬੈਠਣਾ ਕੀਤਾ ਹੈ। ਜਾਂ ਸ਼ੁਭ ਗੁਣਾ ਰੂਪ ਤਖਤ ਨੂੰ ਮੱਲ ਕੇ ਬੈਠਣਾ ਕੀਤਾ ਹੈ। ਦਰ ਸੇਵੇ ਉਮਤ ਖੜੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੁਆਰੇ ਤੇ ਉਮਤ ਸ੍ਰਿਸ਼ਟੀ ਸਾਧ ਸੰਗਤ ਖੜੀ ਸਾਵਧਾਨ ਹੋ ਕੇ ਪ੍ਰੇਮ ਨਾਲ ਸੇਵਾ ਟਹਿਲ ਕਰ ਰਹੀ ਹੈ। ਮਸਕੱਲਾ ਹੋਈ ਜੰਗਾਲੀ। ਅਤੇ ਬੁੱਧੀ ਵਿਸ਼ਿਆਂ ਰੂਪ ਜੰਗਾਲ ਦੀ ਜੰਗਾਲੀ ਹੋਈ ਦਾ ਮਸਕੱਲਾ ਮਾਂਜਣਾ ਹੋ ਰਿਹਾ ਹੈ। ਜਾਂ ਪਾਪਾਂ ਰੂਪੀ ਜੰਗਾਲ ਦਾ ਮਸਕੱਲਾ ਮਾਂਜਣਾ ਹੋ ਰਿਹਾ ਹੈ। ਜਾਂ ਪਦਾਰਥ ਵਿਸ਼ਿਆਂ ਰੂਪ ਕਸੰਗਤ ਕਰਕੇ ਲੋਹੇ ਦੀ ਨਿਆਈ ਜੰਗਾਲੀ ਹੋਈ ਬੁੱਧੀ ਦਾ ਮਸਕੱਲਾ ਮਾਂਜਣਾ ਹੋ ਰਿਹਾ। ਜਾਂ ਜੋ ਸੇਵਾ ਰੂਪ ਸਿਕਲ ਕਰਨਾ ਹੈ, ਇਹ ਚਮਕਾਉਣਾ ਹੈ। ਜਿਵੇਂ ਲੋਹੇ ਦਾ ਜੰਗਾਲ ਨਾਲ ਲੋਹੇ ਦਾ ਜੰਗਾਲ ਮਸਕਲੇ ਨਾਲ ਲੈਂਦਾ, ਇਵੇਂ ਮਨ ਦੀ ਪਾਪਾਂ ਰੂਪ ਹੈ ਸੇਵਾ ਰੂਪ ਮਸਕਲੇ ਮਸਲਣ ਦੇ ਨਾਲ ਉਤਰਦੀ ਹੈ। ਦਰ ਦਰਵੇਸ਼ ਖਸਮ ਦਾ। ਖਸਮ ਮਾਲਕ ਸਤਿਗੁਰੂ ਨਾਨਕ ਦੇਵ ਜੀ ਦੇ ਦੁਆਰੇ ਤੇ ਦਰਵੇਸ਼ ਫਕੀਰ ਹੋ ਕੇ ਗੁਰੂ ਅੰਗਦ ਦੇਵ ਜੀ ਪ੍ਰਵੇਸ਼ ਹੋਏ ਸਨ। ਨਾਏ ਸੱਚੈ ਬਾਣੀ ਲਾਲੀ। ਜਿਸ ਕਰਕੇ
ਦੂਸਰੇ ਗੁਰਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੁਆਰਾ ਸੱਚੇ ਨਾਮ ਜਪਣੇ ਤੇ ਬਾਣੀ ਕਰਕੇ ਭਗਤੀ ਗਿਆਨ ਰੂਪੀ ਲਾਲੀ ਚੜੀ ਹੈ। ਬਲਵੰਡ ਖੀਵੀ ਨੇਕ ਜਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿਸੇ ਬੀਬੀ ਦਾ ਨਾਮ ਨਹੀਂ ਆਇਆ। ਗੁਰੂ ਕੇ ਮਹਿਲਾਂ ਦਾ ਕਿਸੇ ਪ੍ਰਕਾਰ ਦਾ ਪਰਿਵਾਰ ਦੇ ਮੈਂਬਰਾਂ ਦਾ ਨਾਮ ਨਹੀਂ ਹੈ। ਇੱਕ ਮਾਤਾ ਖੀਵੀ ਜੀ ਦਾ ਨਾਮ ਹੈ ਜੋ ਗੁਰੂ ਅੰਗਦ ਦੇਵ ਜੀ ਦੇ ਘਰੋਂ ਸਨ। ਬਲਵੰਡ ਨਾਮੇ ਡੂਮ ਕਹਿੰਦਾ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਵੀ ਬੜੇ ਚੰਗੇ ਸੁਭਾਅ ਵਾਲੇ ਇਸਤਰੀ ਹਨ। ਇਸਤਰੀਆਂ ਵਿੱਚ ਇੱਕ ਘਾਟ ਹੁੰਦੀ ਹੈ ਵੀ ਉਹ ਕੰਜੂਸ ਹੁੰਦੀਆਂ ਨੇ, ਸੂੰਪਣਾ ਕਰਦੀਆਂ ਹਨ। ਆਪਦੇ ਪੁੱਤਾਂ ਨੂੰ ਨਾ ਘਿਓ ਮਲਾਈਆਂ ਦੇਣਗੀਆਂ, ਮੱਖਣ ਦੇ ਪੇੜੇ, ਤੇ ਕਈ ਵਾਰ ਧੀਆਂ ਦੇ ਨਾਲ ਵੀ ਦਜਾ ਕਰਦੀਆਂ ਨੇ। ਬਾਹਰ ਮੈਂ ਸੁਣਿਆ ਤੇ ਬਾਹਰਲੇ ਸਿੰਘ ਕਹਿਣਾ ਵੀ ਅੱਜ ਧੀ ਰਾਣੀ ਦਾ ਜਨਮ ਦਿਨ ਹੈ ਜੀ, ਤੇ ਉਹਨਾਂ ਸੇਵਾ ਕਰਨੀ ਗੁਰੂ ਘਰ। ਰਾਗੀਆਂ ਢਾਡੀਆਂ ਨੂੰ ਵੀ ਕਹਿਣਾ ਸ਼ਬਦ ਪੜ੍ਹੋ, ਅਰਦਾਸ ਕਰੋ। ਵੀ ਬੇਟੀਆਂ ਦੇ ਮਨ 'ਚ ਵੀ ਹੁੰਦਾ ਵੀ ਜੇ ਭਰਾ ਦਾ ਜਨਮ ਦਿਨ ਮਨਾਇਆ ਵੀ ਸਾਡਾ ਵੀ ਮਨਾਓ। ਇਨਸਾਨ ਦਾ ਇਨਸਾਨ ਹੈ, ਜਾਨ ਤਾਂ ਪਰਮਾਤਮਾ ਨੇ ਸਾਰਿਆਂ ਨੂੰ ਕੁਝ ਹੀ ਦਿੱਤੀ ਹੈ, ਤੋ ਸਰੀਰ ਤਾਂ ਵਾਹਿਗੁਰੂ ਦਾ ਦਿੱਤਾ ਹੋਇਆ। ਫਿਰ ਦੁਬਦਾ ਕਾਹਦੀ, ਦੁਆ ਕਾਹਦੀ? ਪੜ੍ਹਾਈ ਦੇ ਵਿੱਚ ਵੀ, ਖਾਣ ਪੀਣ ਦੇ ਵਿੱਚ ਵੀ। ਇਹ ਮੈਂ ਵੇਖਿਆ ਅੱਖਾਂ ਦੇ ਨਾਲ। ਮੈਂ ਤਾਂ ਬੇਨਤੀ ਕਰ ਰਿਹਾ, ਮਾਈਆਂ ਦਾ ਸੁਭਾਅ ਬੜਾ ਹੋਰ ਤਰ੍ਹਾਂ ਦਾ ਹੁੰਦਾ, ਮੈਨੂੰ ਮਾਫ ਕਰਨਾ। ਪਰ ਗੁਰੂ ਅੰਗਦ ਦੇਵ ਜੀ ਦੀ ਘਰੋਂ ਮਾਤਾ ਖੀਵੀ ਜੀ ਇਸ ਤਰ੍ਹਾਂ ਦੇ ਨਹੀਂ ਸੀ ਵੀ ਆਪਦੇ ਪੁੱਤਾਂ ਨੂੰ ਢਿੱਡ ਪਾਲੀ ਜਾਓ ਤੇ ਜਿਹੜੀਆਂ ਸੰਗਤਾਂ ਆਈਆਂ ਨੇ ਉਹਨਾਂ ਤੋਂ ਲੁਕਾਈ ਜਾਓ, ਆਪਦੀ ਪੇਟੀ ਟਰੰਕ 'ਚ ਜਿੰਦਰੇ ਮਾਰੀ ਜਾਓ, ਘਰ ਲੈ ਜਾਓ। ਇਸ ਤਰ੍ਹਾਂ ਨਹੀਂ। ਗੁਰਦੁਆਰੇ ਜੋ ਕੁਛ ਆਇਆ ਉੱਥੇ ਹੀ ਸਭ ਉਹਨਾਂ ਨੂੰ ਇੱਕੋ ਜਿਹਾ ਵਰਤਾ ਦੇਣਾ। ਸੰਗਤ ਨੂੰ, ਧੀਆਂ ਪੁੱਤਾਂ ਨਾਲੋਂ ਵੱਧ ਪਿਆਰ ਕਰਦੇ ਸਨ। ਲੋੜਵੰਦਾਂ ਨੂੰ ਸਾਧ ਸੰਗਤ ਜੀਓ ਆਪ ਹੱਥੀਂ ਲੰਗਰ ਛਕਾਉਂਦੇ, ਮਾਇਆ ਧੇਲਾ, ਕੱਪੜਾ ਲੀੜਾ ਤੱਕ ਦਾਨ ਕਰ ਦਿੰਦੇ। ਇਸ ਲਈ ਬਹੁਤ ਹੀ ਚੰਗੀ ਇਸਤਰੀ ਸੀਗੀ। ਜਿਸ ਬਹੁਤੀ ਛਾਉ ਪਤਰਾਲੀ। ਜਿਸ ਮਾਤਾ ਖੀਵੀ ਜੀ ਦੀ ਸਿੱਖ ਸੰਗਤਾਂ ਜਾਂ ਸ਼ੁਭ ਗੁਣਾ ਰੂਪ ਪੱਤਰਾਂ ਵਾਲੀ ਬਹੁਤੀ ਸੰਘਣੀ ਸ਼ਾਂਤੀ ਰੂਪ ਛਾਇਆ ਹੈ। ਲੰਗਰ ਦੌਲਤ ਵੰਡੀਐ। ਸਤਿਗੁਰਾਂ ਦੇ ਲੰਗਰ ਵਿੱਚ ਮਾਤਾ ਖੀਵੀ ਜੀ ਦੇ ਹੱਥੋਂ ਲੋੜਵੰਦਾਂ ਨੂੰ ਪ੍ਰਤੱਖ ਮਾਇਆ ਵੰਡੀ ਜਾਂਦੀ ਸੀਗੀ। ਰਸ ਅੰਮ੍ਰਿਤ ਖੀਰ ਘਿਆਲੀ। ਕਿਉਂਕਿ ਗੁਰੂ ਜੀ ਧਨ ਕੋਲ ਨਹੀਂ ਰੱਖਦੇ ਸਨ। ਲੰਗਰ ਦੀ ਰਸਤ ਖਰੀਦਣ ਤੋਂ ਬਾਅਦ ਜਿੰਨਾ ਧਨ ਬਾਕੀ ਬਚਦਾ ਉਹ ਸਾਰਿਆਂ ਨੂੰ ਵੰਡ ਦਿੰਦੇ ਸਨ ਤੇ ਉਹ ਮਾਤਾ ਖੀਵੀ ਜੀ ਵੰਡਦੇ। ਅੰਮ੍ਰਿਤ ਰਸਵਤ ਸਵਾਦਿਸ਼ਟ ਘਿਆਲੀ ਘਿਓ ਵਾਲੀ ਖੀਰ ਬਣਿਆ ਕਰਦੀ ਸੀ ਜੋ ਮਾਤਾ ਖੀਵੀ ਜੀ ਖੁਦ ਆਪ ਵਰਤਾਉਂਦੇ ਸਨ। ਮੈਂ ਕੱਲ ਬੇਨਤੀ ਕੀਤੀ ਸੀ ਵੀ ਖਹਿਰੇ ਗੋਤ ਦੇ ਜੱਟ ਜ਼ਿਮੀਂਦਾਰ ਦੇ ਡੰਗਰਾਂ ਪਸ਼ੂਆਂ ਨੂੰ ਮੋਹ ਖੁਰ ਦੀ ਬਿਮਾਰੀ ਪੈਣ ਕਾਰਨ ਜਦ ਉਹਨਾਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਉਹਨਾਂ ਆਖਿਆ ਵੀ ਬਾਬਾ ਬੁੱਢਾ ਜੀ ਨੂੰ ਪੁੱਛੋ ਜਿਨ੍ਹਾਂ ਦੁੱਧ ਪਿਆ ਕੇ ਗੁਰੂ ਨਾਨਕ ਸਾਹਿਬ ਨੂੰ ਮੁੱਲ ਖਰੀਦ ਲਿਆ ਤੇ ਮਹਾਰਾਜ ਉਹਨਾਂ ਦੇ ਹੀ ਹੋ ਗਏ। ਕਿੰਨੀਆਂ ਬਖਸ਼ਿਸ਼ਾਂ ਹੋਈਆਂ। ਤੇ ਬਾਬਾ ਜੀ ਨੇ ਆਖਿਆ ਗੁਰਮੁਖੋ ਸੰਗਤਾਂ ਆਉਂਦੀਆਂ ਨੇ, ਸੇਵਾ 'ਚ ਦੁੱਧ ਲਿਆਇਆ ਕਰੋ, ਘੱਟੋ ਘੱਟ 10ਵਾਂ ਹਿੱਸਾ ਤਾਂ ਲਿਆਓ। ਕਹਿੰਦੇ ਜੀ ਅੱਧਾ ਦੇਵਾਂਗੇ ਪਰ ਸਾਡੇ ਡੰਗਰ ਮਰਨੋਂ ਬਚ ਜਾਣ। ਕਿਉਂ? ਅੱਧਾ ਦੁੱਧ ਹਰੇਕ ਘਰ 'ਚੋਂ ਆਉਂਦਾ ਸੀਗਾ। ਹੁਣ ਇਹਨਾਂ ਦੁੱਧ ਕੀ ਕਰਨਾ? ਉੱਥੇ ਖੀਰ ਬਣਾ ਦਿੰਦੇ, ਸਵੇਰ ਵਾਲੇ ਦੁੱਧ ਦੀ ਖੀਰ ਬਣਾ ਦਿੰਦੇ। ਜਿਹੜਾ ਰਾਤ ਨੂੰ ਹੁੰਦਾ ਉਹਨੂੰ ਦਹੀਂ ਜਮਾ ਕੇ ਸਵੇਰੇ ਰਿੜਕ ਕੇ ਉਹਦਾ ਘਿਓ ਕੱਢ ਕੇ ਉਹ ਵੀ ਖੀਰ ਜੀ ਪਾ ਦਿੰਦੇ। ਜਿਹੜੀ ਸਬਜ਼ੀ ਭਾਜੀ ਰੋਟੀ ਪਾਣੀ ਹੋਰਨਾਂ ਪਾਸੇ ਵਰਤੋਂ ਤੋਂ ਵਾਧੂ ਹੁੰਦਾ ਸਾਰਾ ਖੀਰ 'ਚ ਹੀ ਪੈਂਦਾ ਤੇ ਉਹ ਬੜੀ ਸਵਾਦ ਲਈ ਖੀਰ ਸੰਗਤ ਦੇ ਵਿੱਚ ਇੱਕ ਰਸ ਵਰਤਦੀ ਸੀਗੀ। ਇਸੇ ਪ੍ਰਕਾਰ ਲੰਗਰ ਦੌਲਤ ਵੰਡੀਐ। ਸਤ ਸੰਗਤ ਦੇ ਵਿੱਚ ਆ ਵੀ ਲੰਗਰ ਵਰਤ ਰਿਹਾ। ਕਥਾ ਦਾ ਲੰਗਰ ਇਹ ਕਿਤੋਂ ਹੋਰ ਨਹੀਂ ਮਿਲਦਾ। ਪ੍ਰਸ਼ਾਦਾ ਤਾਂ ਅਸੀਂ ਆਪਦੇ ਘਰ ਜਾ ਕੇ ਛਕ ਸਕਦੇ ਹਾਂ, ਪਰ ਆਹ ਜਿਹੜਾ ਲੰਗਰ ਹੈ ਰੂਹ ਦੀ ਖੁਰਾਕ ਇੱਥੇ ਗੁਰਦੁਆਰੇ ਹੀ ਹੈ। ਰਸ ਅੰਮ੍ਰਿਤ ਖੀਰ ਘਿਆਲੀ। ਨਾਮ ਰੂਪੀ ਦੌਲਤ ਵੰਡੀ ਦੀ ਹੈ ਤੇ ਪ੍ਰੇਮ ਰੂਪੀ ਰਸ ਜਾਂ ਬ੍ਰਹਮਾਨੰਦ ਰੂਪੀ ਰਸ ਜਾਂ ਨਾਮ ਰੂਪੀ ਅੰਮ੍ਰਿਤ ਤੇ ਭਗਤੀ ਰੂਪ ਸੁੰਦਰ ਖੀਰ ਬਣਦੀ ਹੈ ਗੁਰਦੁਆਰਾ ਸਾਹਿਬ ਵਿਖੇ। ਗੁਰ ਸਿੱਖਾ ਕੀ ਮੁਖ ਉਜਲੇ। ਜਿਹੜੇ ਗੁਰੂ ਦੇ ਸਿੱਖ ਨੇ ਉਹਨਾਂ ਗੁਰਸਿੱਖਾਂ ਦੇ ਮੁਖ ਲੋਕ ਅਤੇ ਪਰਲੋਕ ਵਿੱਚ ਉਜਲਤਾ ਵਾਲੇ ਹੁੰਦੇ ਹਨ। ਮਨਮੁਖ ਥੀਏ ਪਰਾਲੀ। ਅਤੇ ਮਨਮੁਖ ਪਰਾਲੀ ਦੀ ਤਰ੍ਹਾਂ
ਫੋਕੇ ਹੋ ਰਹੇ ਹਨ। ਭਾਵ ਸ਼ੁਭ ਗੁਣਾਂ ਤੋਂ ਖਾਲੀ ਹੁੰਦੇ ਨੇ, ਜਾਂ ਮਨਮੁਖਾਂ ਦੇ ਮੂੰਹ ਪਰਾਲੀ ਦੀ ਤਰ੍ਹਾਂ ਪੀਲੇ ਹੋ ਜਾਂਦੇ ਹਨ ਤੇ ਗੁਰਸਿੱਖਾਂ ਨੂੰ ਭਾਗ ਲੱਗਦੇ ਨੇ। ਪਏ ਕਬੂਲ ਖਸਮ ਨਾਲ। ਜਦੋਂ ਸਤਿਗੁਰੂ ਅੰਗਦ ਦੇਵ ਮਹਾਰਾਜ ਨੇ ਜਾਂ ਕਾਲ ਮਰਦੀ ਕਾਲੀ। ਮਰਦਾਂ ਵਾਲੀ ਸੂਰਮਿਆਂ ਵਾਲੀ ਘਾਲ ਕਮਾਈ ਕੀਤੀ ਜਾਂ ਗੁਰ ਸੇਵਾ ਦੀ ਘਾਲਣਾ ਕੀਤੀ, ਤਦੋਂ ਉਹ ਖਸਮ ਨਾਲ ਪਏ ਕਬੂਲ। ਮਾਲਕ ਸਤਿਗੁਰੂ ਨਾਨਕ ਦੇਵ ਜੀ ਜਾਂ ਅਕਾਲ ਪੁਰਖ ਦੇ ਨਾਲ ਕਬੂਲ ਪੈ ਗਏ, ਭਾਵ ਪ੍ਰਵਾਨ ਹੋ ਗਏ, ਪ੍ਰਮਾਨਿਤ ਹੋ ਗਏ। ਮਾਤਾ ਖੀਵੀ ਸਹੁ ਸੋਇ। ਉਹ ਮਾਤਾ ਖੀਵੀ ਜੀ ਦੇ ਸਹੋਪਤੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਹਨ। ਜਿਨ ਗੋਏ ਉਠਾਲੀ। ਜਿਸ ਗੁਰਾਂ ਨੇ ਧਰਤੀ ਉਠਾਈ ਹੈ, ਭਾਵ ਉਸ ਉਧਾਰੀ ਹੈ। ਧਰਤੀ ਨੂੰ ਸੁਧਾਰਨ ਦਾ ਉਦਾਹਰਨ ਦਾ ਸਾਰਾ ਬੀੜਾ ਆਪ ਦੇ ਸਿਰ ਚੁੱਕਿਆ। ਜਾਂ ਇਸੇ ਪ੍ਰਕਾਰ ਜਿਨ ਗੋਏ ਉਠਾਲੀ। ਜਿਸ ਗੁਰੂ ਅੰਗਦ ਦੇਵ ਜੀ ਨੇ ਸਾਰੀ ਪ੍ਰਿਥਵੀ ਦੇ ਉਧਾਰ ਦੀ ਗੋਏ ਬਾਜੀ ਨੂੰ ਖਿੱਦੋ ਵਾਂਗ ਆਪਣੇ ਆਸਰੇ ਚੁੱਕਿਆ ਹੋਇਆ ਹੈ। ਇਸੇ ਪ੍ਰਕਾਰ ਮਾਤਾ ਖੀਵੀ ਸਹੁ ਸੋਇ। ਮਾਤਾ ਖੀਵੀ ਜੀ ਦੇ ਪਤੀ ਉਹੀ ਰੂਪ ਹਨ। ਜਿਨ ਗੋਏ ਉਠਾਲੀ। ਜਿਸ ਪਰਮੇਸ਼ਰ ਨੇ ਪ੍ਰਿਥਵੀ ਸ੍ਰਿਸ਼ਟੀ ਉਠਾਲੀ, ਭਾਵ ਆਪਣੀ ਚੇਤਨ ਸੱਤਾ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਰਚਿਆ ਹੋਇਆ ਹੈ। ਇੱਥੇ ਤੀਸਰੀ ਪੌੜੀ ਸੰਪੂਰਨ ਹੋਈ ਹੈ ਜੀ। ਭੁੱਲਾਂ ਚੁੱਕਾਂ ਦਾਸ ਦੀਆਂ ਸਮਝ ਕੇ ਮਾਫ ਕਰਨੀਆਂ ਜੀ। ਉਪਦੇਸ਼ ਗੁਰੂ ਜੀ ਦਾ ਸਮਝ ਕੇ ਧਾਰਨ ਕਰਨਾ, ਅੱਗੇ ਤੋਂ ਸਮਤ ਬਖਸ਼ਣੀ। ਪਏ ਕਬੂਲ ਖਸਮ ਨਾਲ। ਜਾਂ ਕਾਲ ਮਰਦੀ ਕਾਲੀ। ਮਾਤਾ ਖੀਵੀ ਸਹੁ ਸੋਏ। ਜਿਨ ਗੋਏ ਉਠਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ